सारी रात व्रत रखिया ਅਤੇ ਉਸ ਦੇ ਅੱਗੇ ਕੋਈ ਸ਼ੁਗਲ ਵਾਲੀ ਚੀਜ਼ ਨਾ ਲਿਆਂਦੀ ਗਈ ਅਤੇ ਉਸ ਦੀ ਨੀਂਦ ਕਦੋਂ ਨੀਂਦ ਜਾਂਦੀ ਰਹੀ ਜਦੋਂ ਦਾਨੀਅਲ ਨੂੰ ਸ਼ੇਰਾਂ ਦੇ ਘੋਰ ਦੇ ਵਿੱਚ ਸਿੱਟ ਦਿੱਤਾ ਗਿਆ। ਉਦੋਂ ਕੀ ਹੋਇਆ, ਜਿਹੜਾ ਰਾਜਾ ਸੀਗਾ ਉਹਨੂੰ ਪਤਾ ਸੀ ਵੀ ਜਿਹੜਾ ਦਾਨੀਅਲ ਆ ਬਹੁਤ ਵਧੀਆ ਮਨੁੱਖ ਆ, ਲੇਕਿਨ ਕੀ ਹੋਇਆ ਰਾਜੇ ਨੂੰ ਨੀਂਦ ਨਹੀਂ ਆਈ ਸਾਰੀ ਰਾਤ। राजा सुता नहीं सारी रात। राजे ने दानियल ਨੂੰ ਆਖਿਆ, ਜਦੋਂ ਰਾਜਾ ਸੁੱਤਿਆ ਨਹੀਂ, ਰਾਜਾ ਜਦੋਂ ਸਵੇਰ ਹੋਈ ਰਾਜਾ ਦਾਨੀਅਲ ਦੇ ਜਿੱਥੇ ਸ਼ੇਰਾਂ ਦੇ ਘੋਰਨੇ ਵਿੱਚ ਸਿੱਟਿਆ ਗਿਆ ਸੀ, ਰਾਜਾ ਉਸ ਥਾਨ ਦੇ ਵਿੱਚ ਗਿਆ। ਉਹਨੇ ਕਿਹਾ, ਹੇ ਦਾਨੀਅਲ ਜਿਉਂਦੇ ਪਰਮੇਸ਼ਵਰ ਦੇ ਪੁੱਤਰ, ਕਹਿੰਦਾ ਕੀ ਤੂੰ ਜਿਉਂਦਾ ਆ? ਤੇ ਦੇਖੋ ਦਾਨੀਅਲ ਕੀ ਕਹਿੰਦਾ, ਕਹਿੰਦਾ ਹਾਂ, ਕਹਿੰਦਾ ਮੈਂ ਜਿਉਂਦਾ ਆ। ਫਿਰ ਕਹਿੰਦਾ ਦੇਖੋ ਬਚਨ ਵਿੱਚ ਕਹਿੰਦਾ, ਦਾਨੀਅਲ ਨੇ ਰਾਜੇ ਨੂੰ ਆਖਿਆ, ਹੇ ਰਾਜਨ जुगो जुग जी, मेरे परमेश्वर ने अपना दूत भेजिया है ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਕਰ ਛੱਡਿਆ। ਦੇਖੋ ਜਦੋਂ ਦਾਨੀਅਲ ਸੀਗਾ, ਦਾਨੀਅਲ ਵਚਨ ਤੋਂ ਬਾਹਰ ਜਾ ਸਕਦਾ ਸੀਗਾ। ਦਾਨੀਅਲ ਨੇ ਕਿਹੜੀ ਕੀਮਤ ਨੂੰ ਪਛਾਣਿਆ? ਦਾਨੀਅਲ ਨੇ ਵਚਨ ਦੀ ਕੀਮਤ ਨੂੰ ਪਛਾਣਿਆ। ਉਹਨੇ ਆਪਣੀ ਜਾਨ ਦੀ ਕੀਮਤ ਨੂੰ ਮੁੱਲ ਨਹੀਂ ਰੱਖਿਆ ਉਹਨੇ ਜ਼ਿਆਦਾ। ਉਹ ਕਿਸ ਚੀਜ਼ ਨੂੰ ਰੱਖਿਆ ਉਹਨੇ? ਉਹਦਾ ਮੁੱਲ ਕਿਸ ਚੀਜ਼ ਵਾਸਤੇ ਸੀਗਾ? ਉਹਨੇ ਕਿਹਾ ਵਚਨ ਦੀ ਕੀਮਤ ਜ਼ਿਆਦਾ ਆ, ਮੈਂ ਵਚਨ ਦੇ ਪਿੱਛੇ ਚੱਲਣਾ ਆ। ਉਹਨੇ ਆਪਣੀ ਜਾਨ ਨੂੰ ਨਹੀਂ ਰੱਖਿਆ ਵੀ ਮੇਰੀ ਜਾਨ ਬਚ ਜਾਊਗੀ, ਮੈਂ ਮੱਥਾ ਟੇਕ ਦੂੰਗਾ ਜਾਂ ਰਾਜੇ ਦੀ ਗੱਲਾਂ ਨੂੰ ਮੰਨੂਗਾ। ਉਹ ਜਾ ਕੇ ਪ੍ਰਾਰਥਨਾ ਕਰਦਾ ਰਿਹਾ। ਲੇਕਿਨ ਅੱਜ ਦਾ ਮਨੁੱਖ ਕੀ ਆ, ਮਾੜੀ ਜਿਹੀ ਦੁੱਖ ਮੁਸੀਬਤ ਆ ਜਾਵੇ, ਕੁਛ ਹੋ ਜਾਏ, ਸਭ ਤੋਂ ਪਹਿਲਾਂ ਤਾਂ ਵਿਸ਼ਵਾਸੀ ਪ੍ਰਾਰਥਨਾ ਛੱਡ ਦਿੰਦਾ ਆ। ਸਭ ਤੋਂ ਪਹਿਲਾਂ ਪ੍ਰਾਰਥਨਾ ਛੱਡਦਾ ਆ, ਉਹਦੇ ਬਾਅਦ ਫਿਰ ਉਹ ਚਰਚ ਜਾਣਾ ਛੱਡ ਦਿੰਦਾ ਆ। ਫਿਰ ਉਹ ਸੰਡੇ ਚਰਚ ਨਹੀਂ ਆਉਂਦਾ, ਕਹਿੰਦਾ ਨਹੀਂ ਮੇਰੇ ਘਰ 'ਚ ਝਗੜਾ ਹੋ ਗਿਆ, ਮੇਰੇ ਘਰ ਵਿੱਚ ਆ ਹੋ ਗਿਆ, ਉਹ ਹੋ ਗਿਆ। ਇਹ ਆ ਵਿਸ਼ਵਾਸੀ ਲੋਕ ਅੱਜ ਦੇ। ਲੇਕਿਨ ਇੱਕ ਅਵਿਸ਼ਵਾਸੀ ਸੀਗਾ ਜਿਹਦਾ ਨਾਮ ਸੀਗਾ ਦਾਨੀਅਲ। ਤੇ ਦਾਨੀਅਲ ਨੇ ਕੀ ਕੀਤਾ? ਦਾਨੀਅਲ ਨੇ ਵਚਨ ਦੀ ਆਗਿਆਕਾਰੀ ਕੀਤੀ, ਕਿਉਂਕਿ ਦਾਨੀਅਲ ਨੂੰ ਪਤਾ ਸੀਗਾ ਵੀ ਮੇਰੇ ਕੋਲ ਵਚਨ ਆ। ਉਹਨੂੰ ਪਤਾ ਸੀ ਮੇਰੇ ਕੋਲ ਜਿਹੜਾ ਮੋਤੀ ਆ ਉਹਦਾ ਮੁੱਲ ਬਹੁਤ ਜ਼ਿਆਦਾ, ਮੈਂ ਉਹਨੂੰ ਗਵਾ ਨਹੀਂ ਸਕਦਾ। ਅੱਜ ਲੋਕ ਇਸ ਮੋਤੀ ਦੀ, ਇਸ ਵਚਨ ਦੀ ਵੈਲਿਊ ਨਹੀਂ ਪਾ ਰਹੇ। ਇਸ ਕਰਕੇ ਖੁਦਾ ਦੇ ਵਚਨ ਨੇ ਕਿਹਾ ਹੈ ਮੱਤੀ ਦੀ ਪੁਸਤਕ ਵਿੱਚ, ਕਹਿੰਦਾ ਸੂਰਾਂ ਅੱਗੇ ਮੋਤੀ ਨਾ ਪਾਓ। ਜਿਹੜੇ ਲੋਕ ਨਹੀਂ ਮੋਤੀ ਖਾਣਾ ਚਾਹੁੰਦੇ ਉਹਨਾਂ ਅੱਗੇ ਮੋਤੀ ਪਾਉਣ ਦਾ ਕੋਈ ਫਾਇਦਾ ਨਹੀਂ ਆ। ਇਹ ਜਿਹੜਾ ਖੁਦਾ ਦਾ ਵਚਨ ਆ ਇਹ ਇੱਕ ਮੋਤੀ ਆ, ਤੇ ਇਹ ਮੋਤੀਆਂ ਨੂੰ ਸੂਰਾਂ ਦੇ ਅੱਗੇ ਤੇ ਕੁੱਤਿਆਂ ਅੱਗੇ ਪਾਉਣ ਦਾ ਕੋਈ ਫਾਇਦਾ ਨਹੀਂ ਆ, ਕਿਉਂਕਿ ਵਚਨ ਕਲੀਅਰ ਕਰਦਾ ਜੇ ਤੁਸੀਂ ਕੁੱਤਿਆਂ ਅੱਗੇ ਪਾਉਂਦੇ ਹੋ ਜਾਂ ਸੂਰਾਂ ਅੱਗੇ ਪਾਉਂਦੇ, ਕਹਿੰਦਾ ਤੁਹਾਡੇ ਉੱਪਰ ਹੀ ਪੈਣਗੇ ਆ ਕੇ। ਉਹ ਕਹਿੰਦਾ ਜਿਹੜਾ ਬੰਦਾ ਵਚਨ ਨੂੰ ਮੰਨਦਾ ਆ, ਚੱਲਦਾ ਆ, ਉਹ ਧੰਨ ਮਨੁੱਖ ਆ। ਲੇਕਿਨ ਜੇ ਤੁਸੀਂ ਕਿਸ ਨੂੰ ਜ਼ਬਰਦਸਤੀ ਵਚਨ ਦੱਸ ਰਹੇ ਹੋ, ਨਹੀਂ ਮੰਨਦਾ, ਫਿਰ ਉਹ ਖੁਦ ਜ਼ਿੰਮੇਦਾਰ ਆ। ਉਹਦੇ ਵਿੱਚ ਤੁਹਾਡਾ ਕੋਈ ਰੋਲ ਨਹੀਂ ਆ, ਤੁਹਾਡਾ ਰੋਲ ਇੱਥੇ ਖਤਮ ਹੋ ਗਿਆ। ਤੇ ਦਾਨੀਅਲ ਨੇ ਕੀ ਕੀਤਾ? ਦਾਨੀਅਲ ਨੇ ਵਚਨ ਦੀ ਆਗਿਆਕਾਰੀ ਕੀਤੀ, ਆਪਣੀ ਜਾਨ ਨੂੰ ਕੀਮਤੀ ਨਹੀਂ ਜਾਣਿਆ। ਦਾਨੀਅਲ ਨੇ ਕੀ ਕੀਤਾ? ਵਚਨ ਨੂੰ ਕੀਮਤੀ ਜਾਣਿਆ। ਅੱਜ ਲੋਕੀ ਵਚਨ ਨੂੰ ਕੀਮਤੀ ਨਹੀਂ ਜਾਣਦੇ। ਉਹ ਕਹਿੰਦੇ ਕੋਈ ਗੱਲ ਨਹੀਂ, ਵਚਨ ਤਾਂ ਚੱਲਦੇ ਰਹਿਣਾ ਹੈ, ਪਹਿਲਾਂ ਸਾਡੇ ਸਰੀਰਕ ਕੰਮ ਹੋ ਜਾਣ, ਸਾਡੇ ਘਰ ਦੇ ਕੰਮ ਹੋਣੇ ਚਾਹੀਦੇ ਆ। ਵਚਨ ਤਾਂ ਸਾਰੀ ਉਮਰ ਹੀ ਚੱਲਣਾ ਆ, ਸਾਰੀ ਉਮਰ ਹੀ ਮਹਿਮਾ ਕਰਨੀ ਆ। ਜੇ ਖੁਦਾਵੰਦ ਤੁਹਾਨੂੰ ਕੱਲ ਮਹਿਮਾ ਕਰਨ ਲਈ ਰਹਿਣ ਹੀ ਨਾ ਦਵੇ ਤਾਂ ਤੁਸੀਂ ਕਿੱਦਾਂ ਮਹਿਮਾ ਕਰੋਗੇ? ਇਸ ਕਰਕੇ ਖੁਦਾ ਨੇ ਕਿਹਾ ਆ, ਵਚਨ ਕਹਿੰਦਾ ਜਦੋਂ ਤੁਹਾਨੂੰ ਗਲਤੀ ਦਾ ਅਹਿਸਾਸ ਹੋਵੇ ਉਸੇ ਸਮੇਂ ਮਾਫੀ ਮੰਗ ਲਓ। ਕੱਲ ਦੀ ਵੇਟ ਨਾ ਕਰੋ। ਕੱਲ ਕਿਸੇ ਨੇ ਨਹੀਂ ਦੇਖਿਆ ਆ, ਨਾ ਅਸੀਂ ਕੱਲ ਦੇਖਿਆ ਨਾ ਪਰਸੋਂ ਦੇਖਿਆ। ਅਸੀਂ ਕਿਹਨੂੰ ਵੇਖਦੇ ਆ? ਅਸੀਂ ਕਿੱਦਾਂ ਜੀ ਰਹੇ ਆ? ਜਿਹੜੇ ਖੁਦਾ ਦੇ ਪਵਿੱਤਰ ਲੋਕ ਆ ਵਚਨ ਵੱਲ ਦੇਖਦੇ ਹੋਏ ਜੀ ਰਹੇ ਆ। ਅਸੀਂ ਦੇਖਿਆ ਨਹੀਂ, ਅਸੀਂ ਕਦੇ ਯੋਜਨਾ ਨਹੀਂ ਬਣਾਈ ਅਸੀਂ ਅਗਲੇ ਸੰਡੇ ਇਦਾਂ ਕਰਾਂਗੇ, ਅਗਲੇ ਸਾਲ ਇਸ ਤਰ੍ਹਾਂ ਕਰਾਂਗੇ। ਅਸੀਂ ਕੀ ਕਹਿੰਦੇ ਆ? ਮੈਂ ਕੀ ਕਹਿੰਦਾ ਹਮੇਸ਼ਾ, ਪ੍ਰਭੂ ਜੀ ਜੋ ਤੇਰੀ ਮਰਜ਼ੀ ਪੂਰੀ ਹੋਵੇ ਉਸੇ ਤਰ੍ਹਾਂ ਹੋਵੇ। ਆਮੀਨ, ਹਾਲੇਲੂਇਆ। ਖੁਦਾ ਸਾਨੂੰ ਕੀ ਚਾਹੀਦਾ ਆ? ਖੁਦਾ ਦੇ ਵਚਨ ਦੀ ਵੈਲਿਊ ਨੂੰ ਪਛਾਣਨਾ ਚਾਹੀਦਾ। ਸਾਨੂੰ ਵਚਨ ਦੀ ਵੈਲਿਊ ਦਾ ਪਤਾ ਹੋਣਾ ਚਾਹੀਦਾ ਆ। ਅਸੀਂ ਸੰਸਾਰ ਦੀ ਚੀਜ਼ਾਂ ਦੀ ਵੈਲਿਊ ਵਿੱਚ ਨਾ ਜਾਈਏ। ਸਭ ਤੋਂ ਕੀਮਤੀ ਵਚਨ ਆ, ਜਿੱਥੇ ਵਚਨ ਦੀ ਗੱਲ ਆ ਜੇ ਉੱਥੇ ਭਾਵੇਂ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਵੇ, ਕੋਈ ਮਤਲਬ ਨਹੀਂ ਆ। ਇਹਨੂੰ ਵਿਸ਼ਵਾਸੀ ਕਹਿੰਦੇ। ਪਤਾ ਨਹੀਂ ਅੱਜ ਦੇ ਵਿਸ਼ਵਾਸੀ ਨੂੰ ਹੋਇਆ ਕੀ ਹੈ, ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ। ਅੱਜ ਦੇ ਵਿਸ਼ਵਾਸੀ 10 ਰੁਪਏ ਪਿੱਛੇ ਡਿੱਗ ਜਾਂਦੇ ਆ, 500 ਰੁਪਏ ਪਿੱਛੇ ਡਿੱਗ ਜਾਂਦੇ ਆ। ਇਹ ਅੱਜ ਦੇ ਵਿਸ਼ਵਾਸੀ ਆ। ਤੇ ਕੀ ਇਹੋ ਜਿਹੇ ਵਿਸ਼ਵਾਸੀਆਂ ਨੂੰ ਖੁਦਾ ਸ਼ੇਰਾਂ ਦੇ ਘੋਰਨੇ ਵਿੱਚੋਂ ਕੱਢੇਗਾ? ਕੀ ਖੁਦਾਵੰਦ ਅੱਗ ਦੀ ਭੱਠੀ ਵਿੱਚੋਂ ਕੱਢੇਗਾ? ਇਹ ਸੰਸਾਰ ਦੇ ਵਿੱਚ ਕੀ ਆ? ਅੱਗ ਆ। ਕਿਹੜੀ ਅੱਗ ਆ? ਸੰਸਾਰ ਵਿੱਚ ਵੀ ਇੱਕ ਅੱਗ ਚੱਲ ਰਹੀ ਹੈ। ਕਿਹੜੀ ਅੱਗ? ਸ਼ੈਤਾਨ ਦੀ ਅੱਗ ਆ। ਇੱਕ ਸ਼ੈਤਾਨ ਗਲਤ ਕੰਮਾਂ ਵਿੱਚ ਲੈ ਕੇ ਜਾ ਰਿਹਾ, ਉਹਨਾਂ ਨੂੰ ਜਲਾ ਰਿਹਾ ਉਸ ਅੱਗ ਦੇ ਵਿੱਚ, ਕਹਿੰਦਾ ਜਲੋ। ਲੇਕਿਨ ਖੁਦਾ ਦੇ ਲੋਕ ਛਾਂ ਹੇਠ ਬੈਠਦੇ ਆ। ਛਾਂ ਕੀ ਆ? ਖੁਦਾ ਦਾ ਵਚਨ ਛਾਂ ਆ। ਕਹਿੰਦਾ ਉਸ ਛਾਂ ਦੇ ਹੇਠ ਆ ਜਾ। ਉਸ ਉਕਾਬ ਮਾਂ ਦੇ ਖੰਭਾਂ ਦੇ ਹੇਠ ਆਉਣ ਦੀ ਸਾਨੂੰ ਲੋੜ ਆ। ਲੇਕਿਨ ਲੋਕ ਕੀ ਕਰ ਰਹੇ ਆ? ਸੰਸਾਰ ਵਿੱਚ ਜਾ ਰਹੇ ਆ, ਆਪਣਾ ਜੀਵਨ ਨਾਸ਼ ਕਰ ਰਹੇ। ਕਿਉਂ? ਕਿਉਂਕਿ ਉਹਨਾਂ ਨੂੰ ਵੈਲਿਊ ਨਹੀਂ ਪਤਾ ਵਚਨ ਦੀ। ਵਚਨ ਨੂੰ ਰੱਦਦੇ ਆ ਲੋਕ। ਲੋਕਾਂ ਨੂੰ ਵਚਨ ਦਾ ਮਸੀਹ, ਲੋਕਾਂ ਨੂੰ ਵਚਨ ਦਾ ਡਰ ਹੀ ਨਹੀਂ ਰਹਿ ਗਿਆ। ਅੱਜ ਵਚਨ ਨੂੰ ਬਿਲਕੁਲ ਰੱਦ ਕੇ ਫੇਲ ਕਰਕੇ ਕਹਿੰਦੇ ਪਹਿਲਾਂ ਅਸੀਂ ਸੰਸਾਰ ਦੇ ਕੰਮ ਕਰਾਂਗੇ, ਭਗਤੀ ਤਾਂ ਚੱਲਦੀ ਰਹਿਣੀ ਹੈ। ਅਸੀਂ ਪ੍ਰਭੂ ਨੂੰ ਹੀ ਮੰਨਦੇ ਆ। ਪ੍ਰਭੂ ਨੂੰ ਤਾਂ ਸਾਰੀ ਦੁਨੀਆ ਮੰਨਦੀ ਸੀ। ਜਦੋਂ ਸ਼ਰਦਕ ਮੇਸ਼ਕ ਅਬਦਨਗੋ ਨੂੰ ਅੱਗ ਦੀ ਭੱਠੀ ਵਿੱਚ ਸਿੱਟਿਆ ਗਿਆ, ਉਦੋਂ ਵੀ ਲੋਕ ਸੀਗੇ ਮਸੀਹ ਲੋਕ ਜਿਹੜੇ ਜਿਨ੍ਹਾਂ ਨੇ ਮੱਥਾ ਟੇਕਤਾ ਸੀ। ਲੇਕਿਨ ਸ਼ਰਦਕ ਮੇਸ਼ਕ ਤੇ ਅਬਦਨਗੋ ਨੇ ਮੱਥਾ ਨਹੀਂ ਟੇਕਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵਚਨ ਦੀ ਕੀਮਤ ਕੀ ਹੈ।
ਉਹਨਾਂ ਨੂੰ ਵਚਨ ਦੀ ਕੀਮਤ ਦਾ ਪਤਾ ਸੀ, ਲੇਕਿਨ ਅੱਜ ਦੇ ਲੋਕਾਂ ਨੂੰ ਵਚਨ ਦੀ ਕੀਮਤ ਦਾ ਨਹੀਂ ਪਤਾ। ਅਸੀਂ ਵਚਨ ਵਿੱਚੋਂ ਪੜਾਂਗੇ ਦਾਨੀਏਲ 6 ਅਧਿਆਏ ਦਾਨੀਏਲ ਦੀ 3 ਅਧਿਆਏ ਪੜਾਂਗੇ ਆਪਾਂ। ਦਾਨੀਏਲ 3 ਅਧਿਆਏ। ਹੁਣ ਦੇਖੋ ਇੱਥੇ ਕੀ ਹੋ ਰਿਹਾ ਆ, ਜਦੋਂ ਕੀ ਹੋਇਆ ਉਹਨਾਂ ਨੂੰ ਅੱਗ ਦੀ ਭੱਠੀ ਵਿੱਚ ਹੁਕਮ ਦਿੱਤਾ ਵੀ ਇਹਨਾਂ ਨੂੰ ਅੱਗ ਦੀ ਭੱਠੀ 'ਚ ਸਿੱਟਿਆ ਜਾਵੋ, ਜਿਹੜਾ ਮਨੁੱਖ ਮੂਰਤੀ ਅੱਗੇ ਮੱਥਾ ਨਹੀਂ ਟੇਕੂਗਾ ਉਹਨੂੰ ਕੀ ਕੀਤਾ ਜਾਵੇਗਾ, ਅੱਗ ਦੀ ਭੱਠੀ ਵਿੱਚ ਸਿੱਟਿਆ ਜਾਵੇਗਾ। तो उस समय की होया, देखो शरदक मेशक ते अबदनगो ने राजे ਨੂੰ ਕੀ ਜਵਾਬ ਦਿੱਤਾ। ਤਾਂ ਸ਼ਰਦਕ ਮੇਸ਼ਕ ਤੇ ਅਬਦਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, हे ਨਬੂਕਦਨਸਰ ਰਾਜਾ, ਅਸੀਂ ਇਹ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਹਾਂ। ਸਾਡਾ ਪਰਮੇਸ਼ਵਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ हे ਮਹਾਰਾਜ ਜੀ ਉਹੀ ਸਾਨੂੰ ਤੁਹਾਡੇ ਹੱਥੋਂ ਵੀ ਬਚਾਵੇਗਾ। ਦੇਖੋ ਵਿਸ਼ਵਾਸ, ਇਹਨੂੰ ਕਹਿੰਦੇ ਨੇ ਵਿਸ਼ਵਾਸ। ਲੋਕੀ ਕਿਸੇ ਦੇ ਅੱਗੇ ਬੋਲਣ ਦੀ ਹਿੰਮਤ ਨਹੀਂ ਰੱਖਦੇ। ਉਹ ਕਹਿੰਦਾ ਤੇਰੇ ਤੋਂ, ਕਹਿੰਦਾ ਅੱਗ ਦੀ, ਕਹਿੰਦਾ ਉਹ ਅੱਗ ਕੀ ਆ, ਕਹਿੰਦਾ ਤੇਰੇ ਤੋਂ ਵੀ ਬਚਾਊਗਾ ਸਾਨੂੰ, ਕਹਿੰਦਾ ਅੱਗ ਤੋਂ ਤਾਂ ਬਚਾਊਗਾ, ਤੇਰੇ ਕੋਲੋਂ ਵੀ ਸਾਨੂੰ ਬਚਾਊਗਾ। ਦੇਖੋ ਉਹਨਾਂ ਦੇ ਅੰਦਰ ਕੀ ਸੀ, ਵਚਨ ਸੀ। ਤੇ ਵਚਨ ਕਦੇ ਕਿਸ ਤੋਂ ਡਰਦਾ ਨਹੀਂ ਆ, ਵਚਨ ਕਦੇ ਕਿਸ ਦੇ ਅੱਗੇ ਝੁਕਦਾ ਨਹੀਂ ਆ, ਵਚਨ ਮਰਦਾ ਨਹੀਂ ਆ, ਵਚਨ ਡੁੱਬਦਾ ਨਹੀਂ ਆ। ਵਚਨ ਕੀ ਕਰਦਾ, ਸਾਰਿਆਂ ਨੂੰ ਤਾਰ ਦਿੰਦਾ ਆ। ਜਿਹੜੇ ਲੋਕ ਵਚਨ ਦੀ ਕਿਸ਼ਤੀ ਵਿੱਚ ਬੈਠਣਗੇ ਸਾਰੇ ਦੇ ਸਾਰੇ ਤਰ ਜਾਣਗੇ, ਕੋਈ ਵੀ ਡੁੱਬੂਗਾ ਨਹੀਂ, ਕੋਈ ਵੀ ਅੱਗ ਵਿੱਚ ਭਸਮ ਨਹੀਂ ਕੀਤਾ ਜਾਵੇਗਾ। ਹੁਣ ਇੱਥੇ ਕੀ ਹੋਇਆ, ਕਹਿੰਦਾ ਅਸੀਂ ਤੇਰੇ ਤੋਂ ਨਹੀਂ ਡਰਦੇ, ਕਹਿੰਦਾ ਸਾਡਾ ਪਰਮੇਸ਼ਵਰ ਸਾਨੂੰ ਛੁਡਾਉਣ ਦੀ ਸ਼ਕਤੀ ਰੱਖਦਾ ਹੈ। ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਸ ਨੂੰ ਤੁਸੀਂ ਖੜਾ ਕੀਤਾ ਹੈ ਮੱਥਾ ਟੇਕਾਂਗੇ। ਤਦ ਕੀ ਹੋਇਆ, ਨਬੂਕਦਨਸਰ ਰਾਜੇ ਨੇ ਆਪਣੇ ਆਪ ਨੂੰ, ਕਹਿੰਦਾ ਆਪਣੇ ਆਪ 'ਚ ਤਾਓ ਖਾਦਾ, ਉਹਨੇ ਆਪਣੇ ਆਪ 'ਚ ਉਹਨੇ ਕ੍ਰੋਧ ਕੀਤਾ ਵੀ ਇਹ ਮੇਰੇ ਅੱਗੇ ਬੋਲ ਰਹੇ ਆ, ਜਿਹੜੇ ਗੁਲਾਮ ਲੋਕ ਆ ਮੇਰੇ ਅੱਗੇ ਬੋਲਣ ਦੀ ਹਿੰਮਤ ਕਰ ਰਹੇ ਆ। ਉਹਨੇ ਕੀ ਕਿਹਾ, ਉਸਨੇ ਮੂੰਹ ਦਾ ਰੰਗ, ਕਹਿੰਦਾ ਉਹਦਾ ਜਿਹੜਾ ਮੂੰਹ ਦਾ ਰੰਗ ਸੀ ਉਹ ਲਾਲ ਹੋ ਗਿਆ, ਬਦਲ ਗਿਆ ਉਹਦੇ ਮੂੰਹ ਦਾ ਰੰਗ। ਉਹ ਕਹਿੰਦਾ ਸ਼ਰਦਕ ਮੇਸ਼ਕ ਤੇ ਅਬਦਨਗੋ ਨੂੰ, ਕਹਿੰਦਾ ਤਿੰਨਾਂ ਨੂੰ, ਕਹਿੰਦਾ ਤਾਂ ਉਸਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਦੇ ਅਨੁਸਾਰ ਕਹਿੰਦਾ 7 ਗੁਣਾ ਹੋਰ ਵਧਾਓ। ਕਹਿੰਦਾ ਜਿਹੜਾ ਦਸਤੂਰ ਆ ਭੱਠੀ ਦਾ, ਕਹਿੰਦਾ ਇਹਨੂੰ 7 ਗੁਣਾ ਹੋਰ ਵਧਾ ਦਿੱਤਾ ਜਾਵੇ। ਅਤੇ ਉਸਨੇ ਆਪਣੀ ਫੌਜ ਵਿੱਚੋਂ ਤਗੜੇ ਪਹਿਲਵਾਨਾਂ ਨੂੰ ਹੁਕਮ ਕੀਤਾ ਕਿ ਸ਼ਰਦਕ ਮੇਸ਼ਕ ਤੇ ਅਬਦਨਗੋ ਨੂੰ ਬੰਨ ਕੇ ਬਲਦੀ ਹੋਈ ਭੱਠੀ ਵਿੱਚ ਸਿੱਟ ਦੇਣ। ਦੇਖੋ ਕਿਸ ਤਰ੍ਹਾਂ ਸਿੱਟਿਆ ਗਿਆ ਉਹਨਾਂ ਨੂੰ, ਉਹਨਾਂ ਦੇ ਹੱਥ ਪੈਰ ਬੰਨ ਦਿੱਤੇ ਗਏ। ਕੱਲੇ ਹੱਥ ਨਹੀਂ ਬੰਨੇ ਸੀ, ਉਹਨਾਂ ਦੇ ਹੱਥ ਪੈਰ ਬੰਨ ਕੇ ਜਿਹੜੇ ਫੌਜ ਦੇ ਵਿੱਚ ਤਗੜੇ ਸੈਨਾਪਤੀ ਸੀ, ਤਗੜੇ ਸੈਨਿਕ ਸੀ, ਉਹਨਾਂ ਨੇ ਅੱਗ ਦੀ ਭੱਠੀ ਵਿੱਚ ਜਦੋਂ ਸਿੱਟਿਆ ਉਦੋਂ ਕੀ ਹੋਇਆ, ਕਹਿੰਦਾ ਆਪਣੇ ਝੱਗੀਆਂ, ਗੁੱਠਣੀਆਂ, ਪੱਗਾਂ ਤੇ ਲੀੜੀਆਂ ਸਣੇ ਬੰਨੇ ਗਏ ਅਤੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਗਏ। ਕਹਿੰਦਾ ਇਸ ਲਈ ਭਈ ਰਾਜੇ ਦਾ ਹੁਕਮ ਵੱਡੀ ਤਕੀਦ ਨਾਲ ਸੀ। ਕਹਿੰਦਾ ਰਾਜੇ ਨੇ ਬੜੇ ਮਤਲਬ ਵੀ ਰੋਬ ਦੇ ਨਾਲ ਇਹ ਹੁਕਮ ਦਿੱਤਾ ਸੀ, ਬੜੀ ਗੰਭੀਰਤਾ ਦੇ ਨਾਲ ਵੀ ਇਹਨਾਂ ਨੇ ਇਹ ਕੰਮ ਕੀਤਾ, ਮੇਰੇ ਅੱਗੇ ਮੱਥਾ ਨਹੀਂ ਟੇਕਿਆ, ਇਹਨੂੰ ਅੱਗ ਦੀ ਭੱਠੀ ਵਿੱਚ ਸਿੱਟੋ। ਅਗਨੀ ਲੋ ਨੇ ਸ਼ਰਦਕ ਮੇਸ਼ਕ ਤੇ ਅਬਦਨਗੋ ਦੇ ਚੁੱਕਣ ਵਾਲੇ ਨੂੰ ਸਾੜ ਸੁੱਟਿਆ। ਦੇਖੋ ਕੀ ਹੋਇਆ, ਜਦੋਂ ਜਿਨ੍ਹਾਂ ਨੇ ਚੁੱਕਿਆ ਸੀਗਾ ਅੱਗ ਵਿੱਚ ਸਿੱਟਣ ਵਾਸਤੇ ਉਹ ਲੋਕ ਜਲ ਗਏ, ਲੇਕਿਨ ਸ਼ਰਦਕ ਮੇਸ਼ਕ ਤੇ ਅਬਦਨਗੋ ਨੂੰ ਇੱਕ ਵੀ ਆਂਚ ਨਹੀਂ ਆਈ। ਵਚਨ ਦੇ ਵਿੱਚ ਕਲੀਅਰ ਕੀਤਾ ਗਿਆ, ਜੇ ਤੁਸੀਂ ਖੁਦਾ ਦੇ ਲੋਕ ਹੋ, ਜੇ ਸੰਸਾਰ ਦੀ ਅੱਗ ਤੁਹਾਨੂੰ ਜਲਾਣਾ ਚਾਹੇਗੀ ਤੇ ਖੁਦਾਵੰਦ ਉੱਥੇ ਵੀ ਆ ਜਾਵੇਗਾ, ਲੇਕਿਨ ਸ਼ਰਤ ਕੀ ਆ, ਤੁਹਾਡੇ ਅੰਦਰ ਵਚਨ ਹੋਣਾ ਚਾਹੀਦਾ ਹੈ। ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ, ਸੰਸਾਰ ਵੀ ਇੱਕ ਅੱਗ ਆ ਤੇ ਖੁਦਾ ਦੀ ਵੀ ਇੱਕ ਅੱਗ ਆ, ਲੇਕਿਨ ਕੀ ਹੋਇਆ, ਉਹ ਸੰਸਾਰਿਕ ਅੱਗ ਨੇ ਸ਼ਰਦਕ ਮੇਸ਼ਕ ਅਬਦਨਗੋ ਦੇ ਇੱਕ ਵੀ ਬਾੜ ਨੂੰ ਸਾੜਿਆ ਨਹੀਂ। ਇੱਥੇ ਤੱਕ ਕਿ ਉਹਨਾਂ ਕੋਲ ਸਮੈਲ ਵੀ ਨਹੀਂ ਆਈ, ਅੱਗ ਦੀ ਸਮੈਲ ਵੀ ਨਹੀਂ ਆਈ। ਕੀ ਹੋਇਆ, ਜੇ ਤੁਸੀਂ ਤੁਹਾਡੇ ਅੰਦਰ ਖੁਦਾ ਦਾ ਵਚਨ ਆ ਤੇ ਤੁਹਾਨੂੰ ਸੰਸਾਰ ਦੀ ਅੱਗ ਜਲਾ ਨਹੀਂ ਸਕਦੀ, ਖੁਦਾਵੰਦ ਤੁਹਾਨੂੰ ਉੱਥੋਂ ਵੀ ਕੱਢੇਗਾ। ਲੇਕਿਨ ਸ਼ਰਤ ਇਹ ਆ, ਤੁਹਾਨੂੰ ਵਚਨ ਦੀ ਵੈਲਿਊ ਪਤਾ ਹੋਣੀ ਚਾਹੀਦੀ ਆ, ਵਚਨ ਸਾਡੇ ਅੰਦਰ ਹੋਣਾ ਚਾਹੀਦਾ। ਅੱਜ ਅਸੀਂ ਕਹਿੰਦੇ ਪ੍ਰਭੂ ਜੀ ਸ਼ਰਦਕ ਮੇਸ਼ਕ ਅਬਦਨਗੋ ਆਪਣਾ ਨਾਮ ਰੱਖਣ ਦੇ ਨਾਲ ਕੋਈ ਉਹ ਨਹੀਂ ਬਣ ਜਾਂਦਾ, ਸਾਡੇ ਕੰਮ ਵੀ ਉਹਨਾਂ ਦੇ ਹੋਣੇ ਚਾਹੀਦੇ। ਆਪਣਾ ਨਾਮ ਸੈਮੂਅਲ, ਇਮਾਨੂਅਲ, ਜਾਂ ਅਸੀਂ ਕਹਾਂਗੇ ਮੇਰਾ ਨਾਮ ਮੂਸਾ ਆ, ਨਾਮ ਰੱਖਣ ਦੇ ਨਾਲ ਕੁਝ ਨਹੀਂ ਹੁੰਦਾ, ਸਾਡੇ ਕੰਮ ਉਸ ਤਰ੍ਹਾਂ ਦੇ ਹੋਣੇ ਚਾਹੀਦੇ ਜੋ ਵਚਨ ਕਹਿੰਦਾ ਆ। ਅੱਜ ਹਜ਼ਾਰਾਂ ਲੋਕ ਕੀ ਕਰਦੇ ਆ, ਨਾਮ ਚੁਣ ਕੇ ਰੱਖਦੇ ਆ, ਮੇਰਾ ਬਾਈਬਲ 'ਚ ਉਹ ਨਾਮ ਰੱਖਿਆ ਜਾਵੇ, ਮੇਰਾ ਨਾਮ ਪਤਰਸ ਰੱਖਿਆ ਜਾਵੇ, ਮੇਰਾ ਨਾਮ ਦਾਊਦ ਰੱਖਿਆ ਜਾਵੇ। ਲੇਕਿਨ ਕੀ ਹੁੰਦਾ ਆ, ਦਾਊਦ ਦੇਖਿਆ ਤਾਂ ਸ਼ਰਾਬ ਦੇ ਠੇਕੇ ਤੇ ਬੈਠਾ, ਦਾਊਦ ਕੁੜੀਆਂ ਛੇੜ ਰਿਹਾ ਹੈ। ਇਹ ਕੀ ਆ, ਇਹ ਨਾਮ ਰੱਖਣ ਨਾਲ ਤੁਹਾਡੀ ਮਸੀਹਤ ਨਹੀਂ ਗਿਣੀ ਜਾਣੀ। ਸੰਸਾਰ ਦੇ ਵਿੱਚ ਤੁਸੀਂ ਗਿਣੇ ਜਾਓਗੇ ਵੀ ਹਾਂ ਇਹ ਕ੍ਰਿਸ਼ਨਾ ਦੇ ਬੱਚੇ ਆ ਜਾਂ ਕ੍ਰਿਸਚਨ ਲੋਕ ਆ, ਲੇਕਿਨ ਖੁਦਾ ਦੇ ਅੱਗੇ ਕੀ ਆ, ਤੁਹਾਡੇ ਕੰਮਾਂ ਨੂੰ ਵੇਖਿਆ ਜਾਵੇਗਾ।
खुदा ਤੁਹਾਨੂੰ ਤਾਂ ਹੀ ਉਸ ਅੱਗ ਵਿੱਚੋਂ ਬਚਾਵੇਗਾ ਜੇ ਤੁਹਾਡੇ ਅੰਦਰ ਵਚਨ ਹੋਵੇਗਾ। ਜੇ ਸ਼ਰਦਕ ਮੇਸ਼ਕ ਅਬਦਨਗੋ ਨੂੰ ਬਚਾਇਆ ਗਿਆ ਤੇ ਉਹਨਾਂ ਦੇ ਵਚਨ ਅੰਦਰ ਸੀਗਾ ਤਾਂ ਉਹਨਾਂ ਨੂੰ ਬਚਾਇਆ ਗਿਆ। ਜੇ ਉਹਨਾਂ ਦੇ ਅੰਦਰ ਵਚਨ ਨਾ ਹੁੰਦਾ ਤੇ ਨਾ ਡਾਨੀਅਲ ਨੂੰ ਬਚਾਇਆ ਜਾਂਦਾ ਤੇ ਨਾ ਹੀ ਸ਼ਰਦਕ ਮੇਸ਼ਕ ਅਬਦਨਗੋ ਬਚਾਇਆ ਜਾਂਦਾ, ਕਿਉਂਕਿ ਖੁਦਾ ਆਪਣੇ ਵਚਨ ਨੂੰ ਕਦੇ ਵੀ ਕਹਿੰਦੇ ਵੀ ਖੁਦਾ ਦਾ ਵਚਨ ਕਦੇ ਮਰਦਾ ਨਹੀਂ ਆ। ਕੋਈ ਅੱਗ ਨਹੀਂ ਆ ਜਿਹੜੇ ਖੁਦਾ ਦੇ ਵਚਨ ਨੂੰ ਜਲਾ ਸਕੇ ਤੇ ਉਹਨਾਂ ਦੇ ਅੰਦਰ ਕੀ ਸੀ? ਖੁਦਾ ਦਾ ਵਚਨ ਸੀਗਾ। ਇਸ ਕਰਕੇ ਉਹ ਅੱਗ ਉਹਨਾਂ ਨੂੰ ਜਲਾ ਨਹੀਂ ਪਾਈ। ਉਹ ਸ਼ੇਰ ਦਾਨੀਅਲ ਨੂੰ ਖਾ ਨਹੀਂ ਸਕੇ ਕਿਉਂਕਿ ਕਦੇ ਵੀ ਜਿਹੜਾ ਸ਼ੇਰ ਆ ਉਹ ਆਪਣੇ ਬਣਾਉਣ ਵਾਲੇ ਨੂੰ ਖਾ ਨਹੀਂ ਸਕਦਾ। ਜਿਹੜੇ ਪ੍ਰਭੂ ਨੇ ਸ਼ੇਰਾਂ ਨੂੰ ਬਣਾਇਆ, ਕੀ ਉਹ ਸ਼ੇਰ ਖੁਦਾ ਨੂੰ ਖਾ ਸਕਦਾ ਹੈ? ਉਹ ਵਚਨ ਨੂੰ ਖਾ ਸਕਦਾ ਹੈ? ਕਦੇ ਵੀ ਨਹੀਂ। ਇਸ ਕਰਕੇ ਉਹ ਚੁੱਪ ਕਰਕੇ ਸ਼ੇਰ ਉਸ ਸਥਾਨ ਦੇ ਵਿੱਚ ਬੈਠੇ ਰਹੇ। ਲੇਕਿਨ ਕਿਸ ਤਰ੍ਹਾਂ ਵਚਨ ਕਿਹਦੇ ਅੰਦਰ ਸੀ? ਵਚਨ ਦਾਨੀਅਲ ਦੇ ਅੰਦਰ ਸੀਗਾ, ਵਚਨ ਸ਼ਰਦਕ ਮੇਸ਼ਕ ਅਬਦਨਗੋ ਦੇ ਅੰਦਰ ਸੀਗਾ ਤੇ ਵਚਨ ਮੂਸਾ ਦੇ ਅੰਦਰ ਸੀ, ਜਿਹਦੇ ਬੋਲਣ ਦੇ ਦੁਆਰਾ ਹੀ ਜਦੋਂ ਉਹਨੇ ਲਾਠੀ ਮਾਰੀ ਤੇ ਸਮੁੰਦਰ ਦੋ ਭਾਗ ਹੋ ਗਿਆ। ਕਿਸ ਤਰ੍ਹਾਂ? ਮੂਸਾ ਨੇ ਦੋ ਭਾਗ ਨਹੀਂ ਕੀਤਾ ਸੀਗਾ, ਮੂਸਾ ਦੇ ਦੁਆਰਾ ਕੀਤਾ ਗਿਆ ਸੀਗਾ। ਲੇਕਿਨ ਮੂਸਾ ਦੇ ਅੰਦਰ ਕੀ ਸੀ? ਵਚਨ ਸੀਗਾ। ਉਹਨੂੰ ਪਤਾ ਸੀ ਵੈਲਿਊ। ਬਾਈਬਲ ਬਿਆਨ ਕਰਦੀ ਆ ਜਿਹੜਾ ਮੂਸਾ ਸੀਗਾ ਉਸ ਸਮੇਂ ਦੇ ਵਿੱਚ ਮੂਸਾ ਸਭ ਤੋਂ ਜ਼ਿਆਦਾ ਗਿਆਨੀ ਬੰਦਾ ਸੀਗਾ। ਉਹਨੂੰ ਬੜੀ ਨੌਲੇਜ ਸੀਗੀ, ਉਹਦੀ ਜਿਹੜੀ ਸਿੱਖਿਆ ਸੀਗੀ ਬੜੀ ਹਾਈ ਲੈਵਲ ਦੇ ਵਿੱਚ ਹੋਈ ਸੀ। ਉਹਦੀ ਸਿੱਖਿਆ ਬਹੁਤ ਹਾਈ ਲੈਵਲ ਸਟੱਡੀ ਦੇ ਨਾਲ ਹੋਈ ਸੀਗੀ। ਉਦੋਂ ਕੀ ਹੋਇਆ? ਉਹਨੇ ਸਾਰਾ ਕੁਝ ਤਿਆਗਤਾ। ਕਿਉਂ ਤਿਆਗਿਆ? ਜਦੋਂ ਖੁਦਾ ਦਾ ਵਚਨ ਉਹਦੇ ਕੋਲ ਆਇਆ ਤੇ ਦੇਖੋ ਉਹ ਮਨੁੱਖ ਜਿਹੜਾ ਰਥਾਂ ਦੇ ਉੱਪਰ ਚੱਲਦਾ ਸੀ ਉਹ ਇੱਕ ਲਾਠੀ ਲੈ ਕੇ ਆ ਗਿਆ ਮਿਸਰ ਦੇ ਵਿੱਚ। ਜਿੱਥੋਂ ਮਿਸਰ ਤੋਂ ਭੱਜਿਆ ਸੀਗਾ ਉਸੇ ਦੇਸ਼ ਦੇ ਵਿੱਚ ਖੁਦਾ ਨੇ ਕੀ ਕੀਤਾ? ਲਾਠੀ ਦੇ ਕੇ ਭੇਜਿਆ ਉਹਨੂੰ। ਲਾਠੀ ਦੇ ਕੇ ਉਹਨੂੰ ਭੇਜਿਆ, ਕਹਿੰਦਾ ਜਾ ਜਿੱਤ ਕੇ ਲਿਆ। ਮੈਂ ਤੁਹਾਨੂੰ ਕਹਿੰਦਾ ਆ ਜੇ ਅੱਜ ਕਿਸੇ ਦੇਸ਼ ਨੂੰ ਜਿੱਤਣਾ ਹੈ ਤਾਂ ਲੋਕਾਂ ਦੇ ਕੋਲ ਮਿਜ਼ਾਈਲਾਂ ਨੇ, ਵੱਡੇ ਵੱਡੇ ਹਥਿਆਰ ਨੇ। ਜੇ ਕੋਈ ਲਾਠੀ ਲੈ ਕੇ ਜਾਵੇ ਲੋਕਾਂ ਨੇ ਕਹਿਣਾ ਪਾਗਲ ਆ, ਇਹ ਲਾਠੀ ਦੇ ਨਾਲ ਸਾਨੂੰ ਜਿੱਤੂਗਾ। ਲੇਕਿਨ ਦੇਖੋ ਖੁਦਾ ਦੀ ਪਾਵਰ, ਖੁਦਾ ਆਪਣੀ ਪਾਵਰ ਨੂੰ ਦਰਸਾਉਂਦਾ ਹਮੇਸ਼ਾ। ਖੁਦਾ ਚਾਹੁੰਦਾ ਤਾਂ ਸ਼ੇਰਾਂ ਨੂੰ ਮਾਰ ਸਕਦਾ ਸੀ, ਅੱਗ ਦੀ ਭੱਠੀ ਨੂੰ ਬੁਝਾ ਸਕਦਾ ਸੀ, ਬਾਰਿਸ਼ ਪਾ ਸਕਦਾ ਸੀ ਜਾਂ ਤੂਫਾਨ ਲਿਆ ਕੇ ਅੱਗ ਦੀ ਭੱਠੀ ਨੂੰ। ਲੇਕਿਨ ਖੁਦਾ ਨੇ ਕੀ ਕੀਤਾ? ਇਹ ਹੋਣ ਦਿੱਤਾ। ਜੇ ਸਾਡੇ ਜੀਵਨਾਂ ਵਿੱਚ ਅੱਜ ਕੋਈ ਤੰਗੀ, ਮੁਸੀਬਤ, ਦੁੱਖ ਆ ਤੇ ਖੁਦਾ ਹੋਣ ਦੇ ਰਿਹਾ ਤਾਂ ਕਿ ਸਾਡੇ ਜੀਵਨ ਦੇ ਵਿੱਚ ਤਜਰਬਾ ਹੋਵੇ ਤੇ ਅਸੀਂ ਲੋਕ ਡੋਲ ਜਾਂਦੇ ਆ। ਜਿਹੜਾ ਬੰਦਾ ਨਹੀਂ ਡੋਲੂਗਾ ਉਹ ਸ਼ਰਦਕ ਮੇਸ਼ਕ ਅਬਦਨਗੋ ਵਰਗਾ ਬਣ ਜਾਊਗਾ, ਉਹ ਦਾਨੀਅਲ ਵਰਗਾ, ਮੂਸਾ ਵਰਗਾ ਬਣ ਜਾਊਗਾ। ਲੇਕਿਨ ਲੋਕ ਕੀ ਕਰਦੇ? ਡੋਲ ਜਾਂਦੇ ਆ। ਸਾਨੂੰ ਡੋਲਣ ਦੀ ਲੋੜ ਨਹੀਂ ਆ। ਅਸੀਂ ਕਹਿਣਾ ਆ ਖੁਦਾਵੰਦ ਜੋ ਮਰਜ਼ੀ ਹੋਵੇ, ਮੈਂ ਇਸ ਭਾਰੇ ਮੁੱਲ ਦੇ ਮੋਤੀ ਨੂੰ ਛੱਡਣਾ ਨਹੀਂ ਆ। ਉਹਨੂੰ ਸੰਭਾਲ ਕੇ ਰੱਖੋ, ਉਹਨੂੰ ਲਗਾ ਲਓ ਆਪਣੇ ਅੰਦਰ, ਉਹਨੂੰ ਆਪਣੇ ਅੰਦਰ ਕਰ ਲਓ। ਜਦੋਂ ਅਸੀਂ ਉਹਨੂੰ ਖਾ ਲਾਂਗੇ, ਵਚਨ ਖੁਦਾ ਦਾ ਵਚਨ ਕਹਿੰਦਾ ਜਿਹੜਾ ਮੇਰਾ ਵਚਨ ਆ ਖਾਣ ਦੀ ਚੀਜ਼ ਆ, ਇਹਨੂੰ ਖਾਓ। ਖਾਦਾ ਹੋਇਆ ਕਦੇ ਬਾਹਰ ਨਹੀਂ ਆਉਂਦਾ। ਜਦੋਂ ਅਸੀਂ ਖਾਂਦੇ ਆ ਤੇ ਉਹ ਸਾਡੀ ਤਾਕਤ ਬਣ ਜਾਂਦਾ। ਜਦੋਂ ਤੁਹਾਡੇ ਅੰਦਰ ਵਚਨ ਹੋਵੇਗਾ, ਵਚਨ ਤੁਹਾਡੀ ਤਾਕਤ ਬਣ ਜਾਵੇਗਾ। ਤੇ ਸਾਨੂੰ ਕੀ ਚਾਹੀਦਾ ਆ? ਵਚਨ ਨੂੰ ਖਾਣਾ ਚਾਹੀਦਾ। ਸਾਨੂੰ ਵਚਨ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ। ਇਸ ਕਰਕੇ ਖੁਦਾ ਦਾ ਵਚਨ ਕਹਿੰਦਾ ਜਿਹੜਾ ਵਿਸ਼ਵਾਸੀ ਆ ਉਹਦੀ ਕੋਈ ਕੀਮਤ ਨਹੀਂ, ਬੜਾ ਬੇਸ਼ਕੀਮਤੀ ਆ ਵਿਸ਼ਵਾਸੀ। ਤੁਹਾਨੂੰ ਨਹੀਂ ਪਤਾ ਇੱਕ ਵਿਸ਼ਵਾਸੀ ਦੀ ਕਿੰਨੀ ਕੀਮਤ ਆ। ਜਦੋਂ ਇੱਕ ਵਿਸ਼ਵਾਸੀ ਚਰਚ ਤੋਂ ਟੁੱਟ ਕੇ ਚਲੇ ਜਾਂਦਾ, ਸਭ ਤੋਂ ਜ਼ਿਆਦਾ ਦੁੱਖ ਸੇਵਕ ਨੂੰ ਹੁੰਦਾ ਆ। ਖੁਦਾ ਨੂੰ ਤਾਂ ਹੁੰਦਾ ਹੀ ਆ ਤੇ ਸੇਵਕ ਨੂੰ ਵੀ ਬਹੁਤ ਦੁੱਖ ਹੁੰਦਾ, ਕਿਉਂਕਿ ਇੱਕ ਰੂਹ ਕਿੱਥੇ ਚਲੇਗੀ? ਨਰਕ ਦੀ ਅੱਗ ਵਿੱਚ ਚਲੇਗੀ, ਸੰਸਾਰ ਵਿੱਚ ਚਲੇਗੀ। ਕੋਈ ਗਾਰੰਟੀ ਨਹੀਂ ਹੁੰਦੀ ਜਦੋਂ ਖੁਦਾ ਦੇ ਵਿੱਚ ਵਚਨ ਦੇ ਵਿੱਚ ਕੋਈ ਟੁੱਟ ਕੇ ਜਾਂਦਾ ਕਿ ਉਹ ਵਾਪਸ ਆਵੇਗਾ ਕਿ ਨਹੀਂ ਆਵੇਗਾ। ਇਹ ਖੁਦਾ ਦੀ ਕਿਰਪਾ ਹੀ ਹੁੰਦੀ ਆ ਜੇ ਉਹ ਵਾਪਸ ਆ ਜਾਵੇ। ਸ਼ਰਦਕ ਮੇਸ਼ਕ ਅਬਦਨਗੋ ਖੁਦਾ ਦੀ ਕਿਰਪਾ ਦੇ ਦੁਆਰਾ ਵਾਪਸ ਆਏ ਸੀਗੇ, ਆਪਣੀ ਭਗਤੀ ਦੇ ਦੁਆਰਾ ਵਾਪਸ ਨਹੀਂ ਆਏ ਸੀਗੇ। ਉਹ ਖੁਦਾ ਦੇ ਬਹੁਤ ਤਗੜੇ ਭਗਤ ਸੀਗੇ। ਲੇਕਿਨ ਕੀ ਸੀ? ਉਹਦੀ ਦਇਆ ਸੀਗੀ ਖੁਦਾ ਦੀ ਉਹਨਾਂ ਉੱਪਰ, ਕਿਉਂਕਿ ਉਹਨਾਂ ਨੇ ਉਹ ਕੰਮ ਕੀਤੇ ਜਿਹੜੇ ਵਚਨ ਦੇ ਅਨੁਸਾਰ ਸੀਗੇ। ਜੇ ਸਾਡਾ ਜੀਵਨ ਵਚਨ ਦੇ ਅਨੁਸਾਰ ਹੋਵੇਗਾ ਤੇ ਖੁਦਾ ਸਾਨੂੰ ਸਾਰੀਆਂ ਤੰਗੀਆਂ ਮੁਸੀਬਤ ਤੋਂ ਕੱਢਣ ਦੀ ਵੀ ਜੁਰਤ ਰੱਖਦਾ ਆ। ਲੇਕਿਨ ਖੁਦਾ ਦੇ ਕੰਮ ਕਰਨ ਦਾ ਤਰੀਕਾ ਆ, ਖੁਦਾ ਦੇ ਕੰਮ ਕਰਨ ਦਾ ਤਰੀਕਾ, ਉਹਦੇ ਟਾਈਮ ਦਾ ਵੀ ਤਰੀਕਾ। ਸਾਡੇ ਟਾਈਮ ਦੇ ਅਨੁਸਾਰ ਖੁਦਾ ਨੇ ਕੰਮ ਨਹੀਂ ਕਰਨਾ ਵੀ ਪ੍ਰਭੂ ਅੱਜ ਹੀ ਮੇਰੇ ਜੀਵਨ 'ਚ ਸਾਰੀਆਂ ਬਰਕਤਾਂ ਲਿਆ ਦੇ, ਅੱਜ ਹੀ ਸਾਰੇ ਕੰਮ ਕਰ ਦੇ। ਖੁਦਾ ਕੀ ਕਰਦਾ ਆ? ਸਟੈਪ ਬਾਏ ਸਟੈਪ, ਪੌੜੀ ਦਰ ਪੌੜੀ ਕੰਮ ਕਰਦਾ ਆ। ਇਹ ਖੁਦਾ ਦੇ ਕੰਮ ਆ। ਲੂਕਾ ਕੱਢਾਂਗੇ, ਲੂਕਾ 19 देखो लूका 19 ਦੇ ਅੰਦਰ ਕੀ ਲਿਖਿਆ ਆ। ਕਹਿੰਦਾ ਉਹ ਯਰੀਹੋ ਦੇ ਰਾਹ ਅੰਦਰ ਜਾ ਕੇ ਵਿੱਚੋਂ ਲੰਘ ਰਿਹਾ ਸੀ। ਕੌਣ? ਯੀਸ਼ੂ ਮਸੀਹ। ਯੀਸ਼ੂ ਮਸੀਹ ਕਿੱਥੇ ਜਾ ਰਹੇ ਸੀ? ਯੀਸ਼ੂ ਮਸੀਹ ਇੱਕ ਰਾਸਤੇ ਚੋਂ ਲੰਘ ਰਿਹਾ ਸੀ, ਯਰੀਹੋ ਦੇ ਰਾਸਤੇ ਤੋਂ ਨਿਕਲ ਕੇ ਜਾ ਰਿਹਾ ਸੀਗਾ। ਅਤੇ ਵੇਖੋ ਜੱਕੀ ਨਾਮ ਦਾ ਇੱਕ ਪੁਰਖ, ਜਿਸ ਦਾ ਜਿਹੜਾ ਮਸੂਲੀਆਂ ਦਾ ਸਰਦਾਰ ਸੀ, ਜਿਹੜਾ ਜੱਕੀ ਸੀ, ਇਹ ਕੌਣ ਸੀ? ਮਸੂਲ ਲੈਣ ਵਾਲਾ ਸੀਗਾ। ਇਹ ਲੋਕਾਂ ਕੋਲ ਮਸੂਲ ਲੈਂਦਾ ਸੀ, ਵਿਆਜ ਲੈਂਦਾ ਸੀਗਾ। ਉਹ ਕੀ ਹੋਇਆ ਜਦੋਂ ਮਸੂਲੀਆਂ ਦਾ ਸਰਦਾਰ ਧਨਵਾਨ ਸੀ, ਕਹਿੰਦਾ ਮਸੂਲੀਆਂ ਦਾ ਸਰਦਾਰ ਸੀ, ਬੜਾ ਧਨਵਾਨ ਸੀਗਾ।
ਦੇਖੋ ਇੱਕ ਤਾਂ ਮਸੂਲ ਲੈਣ ਵਾਲਾ ਸੀ, ਉੱਪਰੋਂ ਬੜਾ ਰਿਚ ਬੰਦਾ ਸੀ, ਬਹੁਤ ਪੈਸੇ ਵਿੱਚ ਤਗੜਾ ਸੀਗਾ। ਉਦੋਂ ਕੀ ਹੋਇਆ, ਯੀਸ਼ੂ ਨੂੰ ਵੇਖਣ ਲਈ, ਕਹਿੰਦਾ ਉਹ ਯੀਸ਼ੂ ਨੂੰ ਵੇਖਣ ਦਾ ਚਾਹਵਾਨ ਸੀਗਾ, ਉਹਨੂੰ ਇਹ ਸੀਗਾ ਵੀ ਮੈਂ ਯੀਸ਼ੂ ਮਸੀਹ ਬਾਰੇ ਬੜਾ ਸੁਣਿਆ ਸੀ, ਕਹਿੰਦਾ ਅੱਜ ਮੈਂ ਦੇਖ ਵੀ ਲਵਾਂ। ਉਹ ਕੀ ਹੋਇਆ, ਯੀਸ਼ੂ ਨੂੰ ਦੇਖਣਾ ਚਾਹੁੰਦਾ ਸੀਗਾ। ਉੱਥੇ ਕੀ ਹੋਇਆ, ਸੋ ਉਸ ਅੱਗੇ ਦੌੜ ਕੇ ਗੁੱਲਰ ਦੇ ਪੇੜ ਉੱਤੇ ਚੜ ਗਿਆ। ਦੇਖੋ ਕਿੱਥੇ ਚੜ ਗਿਆ, ਇੱਕ ਦਰਖਤ ਸੀਗਾ ਗੁੱਲਰ ਦਾ, ਉਹਦੇ ਉੱਪਰ ਉਹ ਚੜ ਗਿਆ। ਅਤੇ ਵੇਖੋ ਕਿਉਂ ਜੋ ਉਸਨੇ ਉਸੇ ਰਸਤੇ ਉਹ ਲੰਘਣਾ ਸੀ, ਪਰ ਯੀਸ਼ੂ ਨੇ ਜਾਂ ਉਸ ਥਾਂ ਆਇਆ ਤਾਂ ਉਹ ਤਾਹਾਂ ਨਜ਼ਰ ਮਾਰ ਕੇ ਉਸਨੂੰ ਆਖਿਆ, ਹੇ ਜੱਗੀ ਛੇਤੀ ਨਾਲ ਉੱਤਰ ਆ, ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ। ਦੇਖੋ ਯीशु ਮਸੀਹ ਕੀ ਕਹਿ ਰਿਹਾ, ਵੇਖ ਕੇ ਉਹਨੂੰ ਕਹਿੰਦਾ ਜੱਕੀ ਨੀਚੇ ਉਤਰ ਜਾ। ਉਹਨੇ ਇਹ ਨਹੀਂ ਕਿਹਾ ਤੂੰ ਪਾਪੀ ਆ ਨੀਚੇ ਉਤਰ ਜਾ, ਕਹਿੰਦਾ ਜੱਕੀ ਨੀਚੇ ਉਤਰ ਜਾ। ਕਿਉਂਕਿ ਜੱਕੀ ਕੌਣ ਸੀ, ਜੱਕੀ ਇਬਰਾਹਿਮ ਦੀ ਵੰਸ਼ ਸੀ। ਤੇ ਯीशु ਮਸੀਹ ਪਛਾਣਦਾ ਹੈ ਆਪਣੇ ਲੋਕਾਂ ਨੂੰ, ਚਾਹੇ ਉਹ ਪਾਪ ਦੇ ਵਿੱਚ ਆ, ਚਾਹੇ ਉਹ ਅੰਧਕਾਰ ਦੇ ਵਿੱਚ ਆ, ਚਾਹੇ ਉਹ ਵਿਚਾਰੇ ਵਿੱਚ ਆ, ਯीशु ਮਸੀਹ ਪਛਾਣਦਾ ਆ। ਲੇਕਿਨ ਇੱਕ ਦਿਨ ਕੀ ਹੁੰਦਾ, ਯीशु ਮਸੀਹ ਉਹਨਾਂ ਦੇ ਕੋਲ ਜਾ ਕੇ ਆਵਾਜ਼ ਲਗਾਵੇਗਾ, ਕਹੇਗਾ ਬਾਹਰ ਆਵੋ, ਮੇਰੀ ਪਵਿੱਤਰ ਕੌਮ ਬਾਹਰ ਆਵੋ। ਇਸੇ ਤਰ੍ਹਾਂ ਜੱਕੀ ਬਾਹਰ ਆਇਆ। ਜੱਕੀ ਕੀ ਹੋਇਆ, ਦਰਖਤ ਜਿਹੜੇ ਦਰਖਤ ਤੇ ਚੜਿਆ ਸੀ ਉਸ ਦਰਖਤ ਤੋਂ ਉਤਰਿਆ ਜੱਕੀ। ਨੀਚੇ ਉਤਰ ਕੇ ਕੀ ਹੋਇਆ, ਤਾਂ ਉਸਨੇ ਛੇਤੀ ਉਤਰ ਆਇਆ ਤੇ ਖੁਸ਼ੀ ਨਾਲ ਉਸਦਾ ਆਦਰ ਕੀਤਾ। ਤਾਂ ਸਭ ਵੇਖ ਕੇ ਕੁੜਨ ਲੱਗੇ। ਦੇਖੋ ਜਦੋਂ ਕੀ ਹੋਇਆ, ਉਹ ਪਾਪੀ ਮਨੁੱਖ ਜਿਹੜਾ ਵਿਆਜ ਲੈਂਦਾ ਸੀ ਯीशु ਮਸੀਹ ਦੇ ਕੋਲ ਆਇਆ ਤੇ ਸਾਰੇ ਕੁੜਨ ਲੱਗੇ। ਉਦੋਂ ਕੀ ਹੋਇਆ, ਕਹਿੰਦਾ ਤਾਂ ਸਭ ਵੇਖ ਕੇ ਕੁੜਨ ਲੱਗੇ ਤੇ ਬੋਲੇ, ਜੋ ਉਹ ਇੱਕ ਪਾਪੀ ਮਨੁੱਖ ਦੇ ਘਰ ਜਾ ਉਤਰਿਆ ਹੈ। ਪਰ ਜੱਕੀ ਨੇ ਖਲੋ ਕੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ ਵੇਖ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ। ਦੇਖੋ ਜਦੋਂ ਵਚਨ ਕੋਲ ਆਇਆ ਤੇ ਉਹਨੂੰ ਪਤਾ ਲੱਗ ਗਿਆ ਵੀ ਯीशु ਮਸੀਹ ਭਾਰੇ ਮੁੱਲ ਦਾ ਮੋਤੀ ਆ। ਇੱਕ ਅਮੀਰ ਬੰਦਾ ਜਿਹਨੇ ਕੀ ਕੀਤਾ, ਆਪਣੀ ਅੱਧੀ ਦੌਲਤ ਕੀ ਉਹਨੇ ਆਪਣੀ, ਜਦੋਂ ਖੁਦਾ ਦੇ ਵਚਨ ਵਿੱਚ ਆਇਆ ਉਹਨੇ ਸਾਰੀ ਹੀ ਦੌਲਤ ਆਪਣੀ ਲਟਾਤੀ। ਕਿਉਂ, ਕਿਉਂਕਿ ਉਹਦੇ ਕੋਲ ਕੀ ਆ ਗਿਆ ਸੀ, ਭਾਰੇ ਮੁੱਲ ਦਾ ਮੋਤੀ। ਅੱਜ ਕੀ ਆ, ਸਾਡੇ ਕੋਲੇ ਭਾਰੇ ਮੁੱਲ ਦਾ ਮੋਤੀ ਹੈ, ਲੇਕਿਨ ਸਾਨੂੰ ਪਛਾਣ ਨਹੀਂ ਆ। ਅਸੀਂ ਇਹਨੂੰ ਹੀ ਰੱਦੀ ਜਾਂਦੇ ਆ, ਅਸੀਂ ਇਹਨੂੰ ਰੱਦ ਕੇ ਸੰਸਾਰ ਦੇ ਕੰਮ ਕਰਦੇ ਆ, ਗਲਤ ਕੰਮ ਕਰਦੇ ਆ। ਅਸੀਂ ਵਚਨ ਨੂੰ ਪਿੱਛੇ ਰੱਖਦੇ ਆ, ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਆਂਢ ਗੁਆਂਢ ਨੂੰ ਅੱਗੇ ਰੱਖਦੇ ਆ, ਅਸੀਂ ਆਪਣੀ ਖੁਆਇਸ਼ਾਂ ਨੂੰ ਅੱਗੇ ਰੱਖਦੇ, ਲੇਕਿਨ ਅਸੀਂ ਵਚਨ ਨੂੰ ਪਿੱਛੇ ਰੱਖਦੇ ਆ। ਕੀ ਖੁਦਾ ਇਹੋ ਜਿਹੇ ਲੋਕਾਂ ਨੂੰ ਪਿਆਰ ਕਰੇਗਾ? ਖੁਦਾ ਉਹਨੂੰ ਹੀ ਪਿਆਰ ਕਰੇਗਾ ਜਿਹੜਾ ਵਚਨ ਨੂੰ ਅੱਗੇ ਰੱਖੂਗਾ। ਜੇ ਅਸੀਂ ਵਚਨ ਨੂੰ ਅੱਗੇ ਰੱਖਾਂਗੇ ਤੇ ਖੁਦਾ ਵੀ ਸਾਨੂੰ ਅੱਗੇ ਰੱਖੇਗਾ। ਜੇ ਅਸੀਂ ਵਚਨ ਨੂੰ ਪਿੱਛੇ ਰੱਖਾਂਗੇ ਤੇ ਖੁਦਾ ਵੀ ਸਾਨੂੰ ਪਿੱਛੇ ਕਰ ਦੇਵੇਗਾ। ਤੇ ਮੁਬਾਰਕ ਉਹੀ ਆ ਜਿਹੜਾ ਵਚਨ ਨੂੰ ਪਛਾਣਦਾ। ਹੁਣ ਜੱਕੀ ਨੇ ਕੀ ਕੀਤਾ, ਵਚਨ ਦੀ ਕੀਮਤ ਨੂੰ ਪਛਾਣਿਆ, ਉਹ ਯीशु ਮਸੀਹ ਨੂੰ ਪਛਾਣ ਗਿਆ। ਤੇ ਯीशु ਮਸੀਹ ਨੇ ਕੀ ਕਿਹਾ, ਦੇਖੋ ਅੱਗੇ, ਪਰ ਜੱਕੀ ਨੇ ਖੜੋ ਕੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ ਵੇਖ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ, ਅਤੇ ਜੇ ਮੈਂ ਕਿਸੇ ਉੱਤੇ ਉੱਜ ਲਾ ਕੇ, ਕਹਿੰਦਾ ਜੇ ਕਿਸੇ ਦੇ ਉੱਪਰ ਮੈਂ ਕਹਿੰਦਾ ਮੈਂ ਕੋਈ ਉੱਜ ਲਾ ਕੇ ਜਾਂ ਕੋਈ ਗਲਤ ਇਲਜ਼ਾਮ ਲਗਾ ਕੇ, ਕਹਿੰਦਾ ਉਸ ਕੋਲੋਂ ਕੁਝ ਵੱਧ ਲੈ ਲਿਆ, ਕਹਿੰਦਾ ਮੈਂ ਉਹਦਾ 4 ਗੁਣਾ ਮੋੜ ਦੂੰਗਾ। ਕਹਿੰਦਾ ਚੌਥਾ ਹਿੱਸਾ ਵੀ ਮੋੜ ਦੂੰਗਾ, ਚੌਗੁਣਾ। ਇੱਕ ਤਾਂ ਹੁੰਦਾ ਦੁੱਗਣਾ ਮੋੜਨਾ, ਤਿੱਗਣਾ ਮੋੜਨਾ, ਕਹਿੰਦਾ 4 ਗੁਣਾ ਮੋੜ ਦੂੰਗਾ ਮੈਂ ਉਹਦਾ। ਤੇ ਦੇਖੋ ਯीशु ਮਸੀਹ ਨੇ ਉਹਨੂੰ ਕੀ ਕਿਹਾ, ਯीशु ਨੇ ਉਸਨੂੰ ਆਖਿਆ ਅੱਜ ਇਸ ਘਰ ਦੇ ਵਿੱਚ ਕੀ ਆਈ ਹੈ, ਮੁਕਤੀ ਆਈ ਹੈ। ਤੇ ਕੀ ਅੱਜ ਇਹਨਾਂ ਘਰਾਂ ਵਿੱਚ ਮੁਕਤੀ ਨਹੀਂ ਆਈ? ਜਦੋਂ ਅਸੀਂ ਵਚਨ ਤੋਂ ਬਾਹਰ ਫਿਰਦੇ ਸੀ ਤੇ ਖੁਦਾਵੰਦ ਨੇ ਸਾਨੂੰ ਆਵਾਜ਼ ਲਗਾਈ ਤੇ ਦੇਖੋ ਇਸ ਘਰ ਦੇ ਵਿੱਚ ਅੱਜ ਮੁਕਤੀ ਆ ਗਈ ਆ। ਘਰ ਕੀ ਆ, ਸਾਡੇ ਸਰੀਰ ਹੀ ਸਾਡੇ ਘਰ ਆ। ਉਹਨੇ ਕੀ ਕਿਹਾ ਸੀ, ਕਹਿੰਦਾ ਜੱਕੀ ਅੱਜ ਤੇਰੇ ਵਿੱਚ ਕੀ ਆ ਗਈ, ਮੁਕਤੀ ਆ ਗਈ ਆ। ਜਦੋਂ ਸਾਡੇ ਕੋਲ ਖੁਦਾ ਦਾ ਇਹ ਵਚਨ ਆਂਦਾ ਸਾਡੇ ਕੋਲ ਮੁਕਤੀ ਆ ਜਾਂਦੀ ਆ। ਤੇ ਯीशु ਨੇ ਇਸ ਨੂੰ ਆਖਿਆ ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਇਸ ਲਈ ਜੋ ਇਹ ਵੀ ਅਬਰਾਹਮ ਦਾ ਪੁੱਤਰ ਹੈ। ਤੁਹਾਨੂੰ ਪਤਾ ਅਬਰਾਹਮ ਦੇ ਪੁੱਤਰ ਕੌਣ ਆ? ਅਬਰਾਹਮ ਦੇ ਪੁੱਤਰ ਉਹੀ ਆ ਜਿਹੜੇ ਯीशु ਮਸੀਹ ਨੂੰ ਪਛਾਣਦੇ ਆ, ਜਿਹੜੇ ਯीशु ਮਸੀਹ ਨੂੰ ਪਹਿਲ ਦਿੰਦੇ ਆ, ਉਹ ਅਬਰਾਹਮ ਦੇ ਪੁੱਤਰ ਆ। ਲੇਕਿਨ ਜਿਹੜੇ ਲੋਕ ਵਚਨ ਨੂੰ ਰੱਦ ਦਿੰਦੇ ਆ, ਜਿਹੜੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਸੰਡੇ ਨੂੰ, ਐਤਵਾਰ ਨੂੰ ਖੁਦਾ ਦੀ ਮਹਿਮਾ ਦਾ ਦਿਨ ਹੁੰਦਾ, ਅਸੀਂ ਉਸ ਦਿਨ ਜਾ ਕੇ ਮਹਿਮਾ ਕਰਨੀ, ਉਹ ਕੀ ਕਰਦੇ, ਰੱਦਦੇ ਆ। ਜੇ ਖੁਦਾ ਨੂੰ ਤੁਸੀਂ ਰੱਦੋਗੇ ਤੇ ਕੀ ਖੁਦਾ ਤੁਹਾਨੂੰ ਨਹੀਂ ਰੱਦੂਗਾ? ਖੁਦਾ ਵੀ ਕਤਲ ਕਰਦਾ ਆ, ਖੁਦਾ ਵੀ ਮਾਰਦਾ ਆ। ਹਨਨਿਆ ਸਪੀਰਾ ਨੂੰ ਮਾਰਿਆ ਸੀ ਪਤਰਸ ਨੇ, ਕਿਉਂ? ਕਿਉਂਕਿ ਉਹਨਾਂ ਨੇ ਵਚਨ ਨੂੰ ਰੱਦਿਆ ਸੀਗਾ। ਖੁਦਾ ਵੀ ਮਾਰ ਦਿੰਦਾ ਆ। ਇਹੋ ਜੀ ਗੱਲ ਨਹੀਂ ਆ ਵੀ ਅਸੀਂ ਸੋਚਾਂਗੇ ਖੁਦਾ ਨਹੀਂ ਮਾਰਦਾ। ਪਤਰਸ ਨੇ ਨਹੀਂ ਸੀ ਮਾਰਿਆ। ਕਿਹਨੇ ਮਾਰਿਆ ਸੀ? ਖੁਦ ਪ੍ਰਭੂ ਯीशु ਮਸੀਹ ਨੇ ਹਨਨਿਆ ਦਾ ਸਪੀਰਾ ਨੂੰ ਮਾਰਿਆ ਸੀ, ਕਤਲ ਕੀਤਾ ਸੀ ਉਹਨਾਂ ਦਾ। ਤੇ ਦੇਖੋ ਖੁਦਾ ਵੀ ਮਾਰਦਾ ਆ। ਅਸੀਂ ਕਹਿੰਦੇ ਖੁਦਾ ਬਚਾਉਣ ਵਾਲਾ, ਖੁਦਾ ਮਾਰਨ ਵਾਲਾ ਵੀ ਹੈਗਾ। ਕਿਹਨਾਂ ਨੂੰ? ਜਿਹੜੇ ਅਣਆਗਿਆਕਾਰੀ ਦੇ ਪੁੱਤਰ ਆ, ਖੁਦਾ ਉਹਨਾਂ ਨੂੰ ਮਾਰ ਦਿੰਦਾ ਆ। ਤੇ ਕਿਹਨੂੰ ਬਚਾਉਂਦਾ ਆ? ਸ਼ਰਤਕ ਮੇਸ਼ਕ ਅਬਦਨਗੋ ਵਰਗਾ ਵਿਸ਼ਵਾਸ ਹੋਵੇ ਤੇ ਅੱਗ ਦੀ ਭੱਠੀ ਵਿੱਚੋਂ ਵੀ ਠੰਡੇ ਹੋ ਕੇ ਬਾਹਰ ਆ ਜਾਂਦੇ ਹੋ। ਉਹ ਠੰਡਕ ਦੇ ਨਾਲ ਬਾਹਰ ਆਏ ਸੀਗੇ, ਰੂਹ ਤੇ ਆਤਮਾ ਨਾਲ ਭਰੇ ਹੋਏ ਸੀਗੇ। 4 ਸੀਗੇ ਲੇਕਿਨ ਨਿਕਲੇ 3। ਚੌਥਾ ਕੌਣ ਸੀ? ਯीशु ਮਸੀਹ। ਅੱਜ ਸਾਡੇ ਅੱਗੇ ਅੱਗੇ ਕੌਣ ਆ? ਸਾਡੇ ਅੱਗੇ ਅੱਗੇ ਯीशु ਮਸੀਹ ਚੱਲਦਾ ਆ। ਪਿਲਰ ਆਫ ਫਾਇਰ ਚੱਲਦਾ ਆ। ਕਿਸ ਤਰ੍ਹਾਂ ਚੱਲੂਗਾ? ਸਭ ਤੋਂ ਪਹਿਲਾਂ ਸਾਡੇ ਅੰਦਰ ਵਚਨ ਹੋਣਾ ਚਾਹੀਦਾ। ਜੇ ਸਾਡੇ ਅੰਦਰ ਵਚਨ ਹੀ ਨਹੀਂ ਆ, ਸਾਨੂੰ ਇਹੀ ਪਤਾ ਵੀ ਸੰਡੇ ਨੂੰ ਵੀ ਵਚਨ ਸੁਣਨਾ ਆ, ਅਸੀਂ ਐਤਵਾਰ ਨੂੰ ਖੁਦਾ ਨੂੰ ਵੈਲਿਊ ਦੇਣੀ ਆ, ਤੇ ਖੁਦਾ ਵੀ ਤੁਹਾਨੂੰ ਐਤਵਾਰ ਨੂੰ ਵੈਲਿਊ ਦੇਊਗਾ। 6 ਦਿਨ ਤੁਹਾਨੂੰ ਵੈਲਿਊ ਨਹੀਂ ਦੇਊਗਾ। ਫਿਰ
6 दिन ਜੇ ਤੁਸੀਂ ਮੁਸੀਬਤਾਂ ਵਿੱਚ ਹੋਵੋਗੇ, ਪਰੇਸ਼ਾਨੀਆਂ ਵਿੱਚ ਹੋਵੋਗੇ ਤਾਂ ਖੁਦਾ ਤੁਹਾਨੂੰ ਵੈਲਿਊ ਨਹੀਂ ਦਊਗਾ। ਫਿਰ ਤੁਹਾਨੂੰ ਆਪਣੀ ਕੀਮਤ ਦਾ ਨਹੀਂ ਪਤਾ ਲੱਗਣਾ। ਜੇ ਤੁਸੀਂ ਆਪਣੀ ਕੀਮਤ ਪਛਾਣਦੇ ਹੋ, ਵਚਨ ਦੀ ਕੀਮਤ ਪਛਾਣਦੇ ਹੋ, ਤੇ ਖੁਦਾ ਦੇ ਵਿੱਚ ਹਮੇਸ਼ਾ ਕੀ ਕਰੋ, ਜਿੱਦਾਂ ਆਪਾਂ ਜ਼ਬੂਰਾਂ ਦੀ ਪੋਥੀ ਵਿੱਚ ਪੜਿਆ ਸੀਗਾ, ਹਰ ਰੋਜ਼ ਉਹਦਾ ਧੰਨਵਾਦ ਕਰੋ। ਹਰ ਰੋਜ਼ ਖੁਦਾਵੰਦ ਤੂੰ ਚਾਹੇ ਦੁੱਖ 'ਚ ਰੱਖ ਚਾਹੇ ਸੁੱਖ 'ਚ ਰੱਖ, ਮੈਂ ਤੇਰਾ ਧੰਨਵਾਦ ਕਰੂੰਗਾ, ਮੈਂ ਤੇਰੀ ਮਹਿਮਾ ਕਰੂੰਗੀ, ਮੈਂ ਤੇਰੀ ਮਹਿਮਾ ਕਰੂੰਗਾ, ਤੇਰੀ ਵਡਿਆਈ ਕਰੂੰਗੀ। ਹੁਣ ਦੇਖੋ ਯਹੂਨਾ ਦੀ ਪੜਾਂਗੇ ਆਪਾਂ, ਯਹੂਨਾ 10:11 ਵਿੱਚ, ਯਹੂਨਾ 10:11। देखो वचन में लिखा कहता अच्छा याली मैं हाँ, अच्छा याली भेडां लई अपनी जान दिंदा है, जो कामा है ते अयाली नहीं, जिस दियां भेडां अपनियां नहीं हन, सो बगियाड़ नूं आउंदा वेख के भेडां नूं छड़दा ते भज जांदा है, ते बगियाड़ उन्हां नूं फड़ लैंदा है ते खिंडा दिंदा। इत्थे वचन की कह रहा, कहंदा अच्छा याली मैं हाँ। अज की आ बहुत लोग चर्चा ਦੇ ਵਿੱਚ ਸੇਵਕਾਈ ਕਰ ਰਹੇ, ਲੇਕਿਨ ਕੀ ਕਰਦੇ ਆ, ਜਦੋਂ ਲੋਕਾਂ ਉੱਪਰ ਕੋਈ ਦੁੱਖ ਮੁਸੀਬਤ ਆਉਂਦੀ ਹੈ, ਸਭ ਤੋਂ ਪਹਿਲਾਂ ਸੇਵਕ ਲੋਕ ਭੱਜ ਜਾਂਦੇ ਆ, ਕਿਉਂਕਿ ਵਚਨ ਨੇ ਇਸ ਚੀਜ਼ ਨੂੰ ਕਲੀਅਰ ਕੀਤਾ। ਮੈਂ ਆਪਣੇ ਵੱਲੋਂ ਨਹੀਂ ਬੋਲ ਰਿਹਾ, ਵਚਨ ਇਸ ਚੀਜ਼ ਨੂੰ ਕਲੀਅਰ ਕਰਦਾ। ਉਹ ਕੌਣ ਆ? ਉਹ ਲੋਕ ਕੀ ਆ? ਉਹ ਤੁਹਾਡੇ ਆਪਣੇ ਸਗੇ ਨਹੀਂ ਆ, ਕਿਉਂਕਿ ਤੁਹਾਡੇ ਉੱਪਰ ਦੁੱਖ ਮੁਸੀਬਤ, ਜਿਹੜਾ ਸੇਵਕ ਹੁੰਦਾ ਆ ਜਾਂ ਕੋਈ ਅਯਾਲੀ ਹੁੰਦਾ, ਜਦੋਂ ਉਹਦੀ ਭੇਡਾਂ ਨੂੰ ਕੋਈ ਤਕਲੀਫ ਹੁੰਦੀ ਆ, ਉਹ ਕੀ ਕਰਦਾ? ਘੁਟਨਿਆਂ ਭਾਰ ਹੋ ਜਾਂਦਾ ਆ, ਉਹ ਭੱਜਦਾ ਨਹੀਂ ਆ। ਉਹ ਇਹ ਨਹੀਂ ਕਹਿੰਦਾ ਵੀ ਇਹਦੇ ਅੰਦਰ ਦੁਸ਼ਟ ਆਤਮਾ ਆ ਗਿਆ ਆ, ਜੇ ਇੱਥੇ ਦੁੱਖ ਬਿਮਾਰੀ ਆ ਗਈ ਹੈ ਤੇ ਕੋਈ ਗੱਲ ਨਹੀਂ, ਗਰੁੱਪ ਦੇ ਵਿੱਚ ਪਾ ਦਿਓ। ਗਰੁੱਪ 'ਚ ਪਾਉਣ ਦਾ ਕੋਈ ਮਤਲਬ ਨਹੀਂ ਆ। ਸੇਵਕ ਤੂੰ ਆ, ਪ੍ਰਾਰਥਨਾ ਕਰ, ਘੁੱਟਨੇ ਟੇਕ ਕੇ ਫਾਸਟ ਰੱਖ, 10 ਦਿਨ ਰੋਟੀ ਨਾ ਖਾ, ਕੀ ਸ਼ੈਤਾਨ ਦੀ ਸ਼ਕਤੀ ਟਿਕ ਸਕਦੀ ਆ। ਲੇਕਿਨ ਇਹ ਕਿਹੜੇ ਲੋਕ ਆ? ਇਹ ਲੋਕ ਬਘਿਆੜੀਏ ਆ, ਖੁਦ ਹੀ ਆਪਣੀ ਭੇਡਾਂ ਨੂੰ ਕੱਟਦੇ ਆ, ਖਾਂਦੇ ਆ। ਇਹ ਲੋਕ ਸਹੀ ਨਹੀਂ ਹੈ। ਇਸ ਕਰਕੇ ਵਚਨ ਇਸ ਚੀਜ਼ ਨੂੰ ਕਲੀਅਰ ਕਰ ਰਿਹਾ। ਅਤੇ ਬਘਿਆੜ ਉਹਨਾਂ ਨੂੰ ਫੜ ਲੈਂਦਾ ਹੈ ਤੇ ਖਿੰਡਾ ਦਿੰਦਾ ਹੈ। ਕਹਿੰਦਾ ਉਹ ਇਸ ਲਈ ਭੱਜਦਾ ਹੈ ਜੋ ਉਹ ਕਾਮਾ ਹੈ ਅਤੇ ਭੇਡਾਂ ਦੀ ਚਿੰਤਾ ਨਹੀਂ ਕਰਦਾ। ਅੱਛਾ ਯਾਲੀ ਮੈਂ ਹਾਂ ਅਤੇ ਆਪਣੀਆਂ ਭੇਡਾਂ ਨੂੰ ਸਿਆਣਦਾ ਹਾਂ, ਤੇ ਮੇਰੀਆਂ ਭੇਡਾਂ ਅਤੇ ਮੇਰੀਆਂ ਆਪਣੀਆਂ ਭੇਡਾਂ ਮੈਨੂੰ ਸਿਆਣਦੀਆਂ ਹਨ, ਜਿਸ ਪ੍ਰਕਾਰ ਪਿਤਾ ਮੈਨੂੰ ਸਿਆਣਦਾ ਹੈ ਅਤੇ ਮੈਂ ਪਿਤਾ ਨੂੰ ਸਿਆਣਦਾ ਹਾਂ। ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਦਿੰਦਾ ਹਾਂ। ਜਿਹੜਾ ਸੇਵਕ ਲਗਾ ਲਓ ਕੋਈ ਵੀ ਆ, ਜੇ ਉਹਦੇ ਚਰਚ ਵਿੱਚ ਜਿਹੜੇ ਲੋਕ ਆ ਰਹੇ ਨੇ, ਉਹ ਕੀ ਉਹਦੇ ਚਰਚ ਦੀਆਂ ਭੇਡਾਂ ਨੇ, ਖੁਦਾ ਦੀ ਭੇਡਾਂ ਨੇ, ਉਹਨਾਂ ਤੇ ਮੇਰੇ ਕਹਿਣ ਦਾ ਮਤਲਬ ਕੋਈ ਦੁੱਖ ਮੁਸੀਬਤ ਆਂਦਾ, ਸੇਵਕ ਨੂੰ ਚਾਹੀਦਾ ਘੁਟਨਿਆਂ ਭਾਰ ਹੋ ਜਾਵੇ। ਕੋਈ ਮਤਲਬ ਨਹੀਂ ਕਲੀਸਿਆ ਦਾ ਕੋਈ ਮੈਂਬਰ ਪ੍ਰਾਰਥਨਾ ਕਰ ਰਿਹਾ ਨਹੀਂ ਕਰ ਰਿਹਾ, ਉਹਨੂੰ ਚਾਹੀਦਾ ਆ ਵੀ ਸ਼ੈਤਾਨ ਦੀ ਕੀ ਜ਼ਰੂਰਤ ਮੇਰੇ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਦੇ ਜੀਵਨਾਂ ਵਿੱਚ ਕੰਮ ਕਰੇ। ਉਹਨੂੰ ਚਾਹੀਦਾ ਘੁਟਨੇ ਟੇਕ ਕੇ ਫਾਸਟਿੰਗ ਕਰਕੇ ਕੀ ਕਰੇ, ਲੋਕਾਂ ਦੇ ਲਈ ਪ੍ਰਾਰਥਨਾ ਕਰੇ, ਕੰਮ ਕਰੇ। ਲੇਕਿਨ ਸੇਵਕ ਲੋਕੀ ਕਰਦੇ ਭੱਜਦੇ ਆ। ਭੱਜਣ ਦਾ ਮਤਲਬ ਹੁੰਦਾ ਆ ਕੋਈ ਗੱਲ ਨਹੀਂ, ਹੌਲੀ ਹੌਲੀ ਫਰਕ ਪੈ ਜਾਊਗਾ, ਕੋਈ ਨਹੀਂ। ਪ੍ਰਾਰਥਨਾ ਕਰਿਆ ਕਰੋ, ਤੁਸੀਂ ਕਰਿਆ ਕਰੋ ਪ੍ਰਾਰਥਨਾ। ਜਿਹੜਾ ਬੰਦਾ ਖੁਦ ਮੁਸੀਬਤ 'ਚ ਆ ਉਹ ਕਿੱਦਾਂ ਪ੍ਰਾਰਥਨਾ ਕਰੇਗਾ? ਜਿਹੜਾ ਬੰਦਾ ਖੁਦ ਬਿਮਾਰ ਆ ਉਹ ਪ੍ਰਾਰਥਨਾ ਥੋੜੀ ਕਰੂਗਾ। ਪਹਿਲਾਂ ਤੁਸੀਂ ਉਹਦੇ ਵਾਸਤੇ ਪ੍ਰਾਰਥਨਾ ਕਰੋ, ਉਹਨੂੰ ਤਗੜਾ ਕਰੋ, ਖੜਾ ਕਰੋ, ਫਿਰ ਉਹਨੂੰ ਕਹੋ ਆ ਲਾ ਤੈਨੂੰ ਸਟੈਂਡ ਕਰ ਦਿੱਤਾ, ਹੁਣ ਤੂੰ ਖੁਦ ਚੱਲ। ਉਕਾਬ ਕੀ ਕਰਦਾ ਆ? ਉਕਾਬ ਮਾਂ ਆਪਣੇ ਬੱਚਿਆਂ ਨੂੰ ਕਦੋਂ ਲੈ ਕੇ ਜਾਂਦੀ ਆ? ਜਦੋਂ ਉਹਦੇ ਬੱਚੇ ਪੈਦਾ ਹੁੰਦੇ ਉਦੋਂ ਨਹੀਂ ਲੈ ਕੇ ਜਾਂਦੀ ਉਹ ਅਡਾਰੀ ਮਾਰਨ ਵਾਸਤੇ। ਉਕਾਬ ਮਾਂ ਉਦੋਂ ਲੈ ਕੇ ਜਾਂਦੀ ਆ ਜਦੋਂ ਉਹਦੇ ਬੱਚੇ ਖਾ ਪੀ ਕੇ ਤਾਕਤਵਰ ਹੋ ਜਾਂਦੇ, ਫਿਰ ਕਹਿੰਦੀ ਹੈ ਵੀ ਉੱਡਣ ਯੋਗ ਹੋ ਗਏ ਆ, ਫਿਰ ਕਹਿੰਦੀ ਬੈਠੋ ਖੰਭਾਂ ਤੇ। ਫਿਰ ਕੀ ਆ? ਉਹਨਾਂ ਦਾ ਡਰ ਕੱਢਣ ਲਈ ਉੱਪਰ ਆਕਾਸ਼ ਵਿੱਚ ਲਿਜਾ ਕੇ ਛੱਡ ਦਿੰਦੀ ਆ। ਛੱਡਣ ਦਾ ਮਤਲਬ ਇਹ ਨਹੀਂ ਹੁੰਦਾ, ਖੁਦਾ ਦਾ ਵਚਨ ਕਹਿੰਦਾ ਨਾ ਮੈਂ ਤੁਹਾਨੂੰ ਛੱਡਾਂਗਾ ਨਾ ਤਿਆਗਾਂਗਾ। ਛੱਡਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਮਰਨ ਵਾਸਤੇ ਛੱਡਤਾ। ਉਹ ਤਾਂ ਛੱਡਦੀ ਆ ਵੀ ਦੇਖਦੇ ਉੱਡਣਾ ਸਿੱਖਦੇ ਕਿ ਨਹੀਂ ਉੱਡਦੇ। ਜਿਹੜਾ ਉਕਾਬ ਦਾ ਬੱਚਾ ਆ ਉਹ ਹਮੇਸ਼ਾ ਉੱਡੂਗਾ, ਕਿਉਂਕਿ ਉਕਾਬ ਮਾਂ ਸਾਡੇ ਹੇਠ ਹੀ ਹੁੰਦੀ ਆ, ਉਹ ਨੀਚੇ ਹੀ ਹੁੰਦੀ ਆ। ਜਦੋਂ ਗਿਰਨ ਲੱਗਦੇ ਫਿਰ ਥੰਮ ਲੈਂਦੀ ਆ। ਲੇਕਿਨ ਅੱਜ ਸੇਵਕ ਲੋਕਾਂ ਨੂੰ ਵੀ ਚਾਹੀਦਾ ਆ ਵੀ ਕਲੀਸਿਆ ਲਈ ਬੋਝ ਚੱਕਣ, ਉਹਨਾਂ ਦਾ ਸੁਧਾਰ ਕਰਨ। ਅੱਜ ਕੋਈ ਵੀ ਸੁਧਾਰ ਨਹੀਂ ਕਰ ਰਿਹਾ, ਕਲੀਸਿਆ ਦਾ ਕੋਈ ਬੋਝ ਨਹੀਂ ਚੱਕ ਰਿਹਾ। ਚਰਚ 'ਚ ਪ੍ਰਚਾਰ ਕੀਤਾ, ਚੰਦਾ ਲਓ, ਜਾਓ ਆਪਣੇ ਘਰੋਂ। ਤੂੰ ਕੌਣ ਤੇ ਮੈਂ ਕੌਣ? ਇਹ ਕੌਣ ਲੋਕ ਨੇ? ਇਹ ਉਹੀ ਲੋਕ ਨੇ ਜਿਹੜੇ ਵਚਨ ਵਿੱਚ ਭੇਡਾਂ ਨੂੰ ਛੱਡ ਕੇ ਭੱਜਦੇ ਆ। ਜੋ ਵਚਨ ਕਲੀਅਰ ਕਰ ਰਿਹਾ ਯਹੂਨਾ 10:11 ਵਿੱਚ ਕਲੀਅਰ ਹੋ ਰਿਹਾ, ਇਹ ਉਹ ਲੋਕ ਨੇ ਜਿਹੜੇ ਕੀ ਕਰ ਰਹੇ ਆ? ਖੁਦਾ ਦੀਆਂ ਭੇਡਾਂ ਨੂੰ ਛੱਡ ਰਹੇ ਆ। ਕਾਹਦੇ ਵਾਸਤੇ? ਜਾਓ ਸ਼ੈਤਾਨ ਦੇ ਕੋਲ ਚਲੇ ਜਾਓ। ਜੇ ਤੁਹਾਡਾ ਡਰ ਖੌਫ ਹੋਊਗਾ ਭੇਡਾਂ ਨੂੰ ਤੇ ਵਧੀਆ ਜੀਵਨ ਬਤੀਤ ਕਰਨਗੀਆਂ। ਤੁਸੀਂ ਜੋ ਮੁਸੀਬਤ ਵਿੱਚ ਆ ਤੁਸੀਂ ਉਹਨਾਂ ਦੀ ਦਵਾਈ ਬਣ ਜਾਓ, ਪ੍ਰਾਰਥਨਾ ਕਰੋ ਉਹਨਾਂ ਵਾਸਤੇ। ਲੇਕਿਨ ਅੱਜ ਕੀ ਆ? ਲੋਕਾਂ ਦੇ ਜੀਵਨ ਗਲਤ ਹੋ ਗਏ, ਸੇਵਕਾਂ ਦੇ ਜੀਵਨ ਵੀ ਗਲਤ ਹੋ ਗਏ। ਕਹਿੰਦੇ ਜੀ ਸਾਰਾ ਸਖਤੀ ਨਹੀਂ ਕਰਨੀ, ਸਖਤੀ ਕਰਾਂਗੇ ਤੇ ਕਲੀਸਿਆ ਭਾਜੂਗੀ। ਕਮਾਲ ਦੀ ਗੱਲ ਆ। ਜੇ ਤੁਸੀਂ ਖੁਦਾ ਦਾ ਵਚਨ ਜੋ ਕਹਿੰਦਾ ਤੁਸੀਂ ਖੁਦਾ ਦੇ ਵਚਨ ਨੂੰ ਨਹੀਂ ਦੱਸ ਰਹੇ ਉਹਨਾਂ ਨੂੰ, ਇਹਦਾ ਮਤਲਬ ਕੀ ਆ? ਤੁਸੀਂ ਖੁਦ ਹੀ ਗਲਤ ਹੋ, ਕਿਉਂਕਿ ਤੁਸੀਂ ਖੁਦਾ ਦੇ ਵਚਨ ਦੀ ਸੱਚਾਈ ਲੋਕਾਂ ਤੱਕ ਨਹੀਂ ਪਹੁੰਚਾਣ ਲੈ ਕੇ ਜਾ ਰਹੇ। ਜੇ ਤੁਸੀਂ ਨਹੀਂ ਪਹੁੰਚਾਓਗੇ ਤੇ ਖੁਦਾ ਕੀ ਕਰੂਗਾ? ਹੋਰ ਜਣੇ ਨੂੰ ਖੜਾ ਕਰ ਦੂਗਾ। ਮੈਂ ਤੁਹਾਨੂੰ ਦੱਸਿਆ ਵਚਨ ਪ੍ਰਚਾਰ ਕਰਨ ਵਾਲੇ ਲੱਖਾਂ ਕਰੋੜਾਂ ਨੇ, ਲੇਕਿਨ ਜੀਵਨ ਦਾ ਸੁਧਾਰ ਕਰਨ ਵਾਲੇ ਬਹੁਤ ਘੱਟ ਹੁੰਦੇ ਆ, ਨਮੂਨੇ ਬਹੁਤ ਥੋੜੇ ਹੁੰਦੇ ਆ।
नमूने ज्यादा नहीं होंगे, खुदा दे अभिषिक्त ज्यादा नहीं होंगे, बहुत थोड़े होंगे आ। लेकिन दिखावा करने वाले नकली हीरे बहुत ज्यादा ने, उकाब बहुत घट ने, लेकिन गिरजा ते इल्लां बहुत ज्यादा ने ਜਿਹੜੇ नकल कर रही आ। लेकिन की आ ਉਹ ਕੌਣ ਆ? ਉਹ ਖੁਦ ਹੀ ਆਪਣੇ ਲੋਕਾਂ ਨੂੰ ਮਾਰ ਛੱਡਦੇ ਆ। ਉਹਨਾਂ ਦੇ ਕਲੀਸਿਆ ਵਿੱਚ ਲੋਕ ਭੱਜ ਜਾਂਦੇ ਆ ਜਾਂ ਖਤਮ ਹੋ ਜਾਂਦੇ। ਕਿਉਂ ਹੋ ਜਾਂਦੇ ਆ? ਕਿਉਂਕਿ ਉਹਨਾਂ ਦੀ ਰੱਖਿਆ ਕਰਨੀ ਨਹੀਂ ਜਾਣਦੇ ਇਹ ਲੋਕ। ਇਸ ਕਰਕੇ ਸਾਨੂੰ ਚਾਹੀਦਾ ਆ ਵਚਨ ਦੀ ਕੀਮਤ ਨੂੰ ਪਛਾਣੀਏ। ਜੇ ਅਸੀਂ ਵਚਨ ਦੀ ਕੀਮਤ ਨੂੰ ਪਛਾਣਾਂਗੇ ਤਾਂ ਹੀ ਖੁਦਾ ਸਾਡੇ ਦੁਆਰਾ ਕੰਮ ਕਰੂਗਾ। ਅੱਜ ਕੀ ਆ? ਅੱਜ ਲੋਕ ਦਾਵਾ ਕਰ ਰਹੇ ਆ, ਕਹਿੰਦੇ ਅੱਜ ਲੋਕ ਦਾਵਾ ਕਰ ਰਹੇ ਅਸੀਂ ਮਸੀਹ ਆ। ਮੈਂ ਤੁਹਾਨੂੰ ਕਹਿਣਾ ਆ, ਮੰਨ ਲਓ ਕਿਸੇ ਕੁੜੀ ਦੀ ਇੰਗੇਜਮੈਂਟ ਕਿਸੇ ਮੁੰਡੇ ਨਾਲ ਕਰ ਦਿੱਤੀ ਜਾਵੇ, ਉਹਦੇ ਬਾਅਦ ਉਹਦੀ ਮੈਰਿਜ ਉਹਨਾਂ ਹੋ ਜਾਵੇ, ਜੇ ਉਹਦੀ ਪਤਨੀ ਨੂੰ ਪਿੰਡ ਦੇ ਵਿੱਚ ਜਾਂ ਆਂਢ ਗੁਆਂਢ ਦੇ ਵਿੱਚ ਕੋਈ ਹੋਰ ਲੈ ਕੇ ਘੁੰਮੇ ਤੇ ਕਿੰਨੀ ਇਨਸਲਟ ਵਾਲੀ ਗੱਲ ਆ। ਤੇ ਕੀ ਉਹ ਮੁੰਡਾ ਬਰਦਾਸ਼ਤ ਕਰੂਗਾ ਵੀ ਮੇਰੀ ਵਾਈਫ ਤਾਂ ਦੂਜਿਆਂ ਨਾਲ ਘੁੰਮ ਰਹੀ ਹੋ? ਇਹ ਤਾਂ ਨਹੀਂ ਕਹੂਗਾ ਕੋਈ ਗੱਲ ਨਹੀਂ, ਇਹਦੇ ਘੁੰਮਣ ਫਿਰਨ ਦੇ ਦੇਣਾ, ਐਸ਼ ਕਰਨ ਦੋ, ਇਹਨੂੰ ਵਿਚਾਰੀ ਕਰਨ ਦੋ। ਇਸ ਤਰ੍ਹਾਂ ਕਹਿ ਸਕਦਾ ਕੋਈ? ਤੇ ਯੀਸ਼ੂ ਮਸੀਹ ਨੇ ਜਦੋਂ ਆਪਣਾ ਲਹੂ ਵਹਾ ਕੇ ਸਾਨੂੰ ਮੁੱਲ ਲਿਆ ਤੇ ਉਹ ਕਹਿ ਸਕਦਾ ਵੀ ਤੁਸੀਂ ਸ਼ੈਤਾਨ ਦੇ ਜਾ ਕੇ, ਤੁਸੀਂ ਸ਼ੈਤਾਨ ਦੇ ਥੱਲੇ ਜਾ ਕੇ ਲੇਟੋ ਜਾਂ ਸ਼ੈਤਾਨ ਦੇ ਨਾਲ ਜਾ ਕੇ ਤੁਸੀਂ ਗਲਤ ਕੰਮ ਕਰੋ? ਇਸ ਤਰ੍ਹਾਂ ਕਹਿ ਸਕਦਾ? ਕਦੇ ਵੀ ਖੁਦਾ ਸਾਨੂੰ ਇਸ ਤਰ੍ਹਾਂ ਨਹੀਂ ਕਰੇਗਾ। ਜੇ ਇੱਕ ਪਤੀ, ਇੱਕ ਵਧੀਆ ਪਤੀ ਆਪਣੀ ਪਤਨੀ ਨੂੰ ਸੰਭਾਲ ਕੇ ਰੱਖ ਸਕਦਾ ਆ, ਉਹ ਦੇਖ ਸਕਦਾ ਵੀ ਮੇਰੀ ਪਤਨੀ ਬਾਹਰ ਕਿਸੇ ਨਾਲ ਗਲਤ ਤਾਂ ਨਹੀਂ ਚੱਲ ਰਹੀ ਹੈ, ਵਿਚਾਰੀ ਤਾਂ ਨਹੀਂ ਕਰ ਰਹੀ, ਕਿਸੇ ਨਾਲ ਘੁੰਮ ਤਾਂ ਨਹੀਂ ਰਹੀ, ਤੇ ਜੇ ਉਹ ਨਹੀਂ ਬਰਦਾਸ਼ਤ ਕਰ ਸਕਦਾ ਤੇ ਕੀ ਖੁਦਾਵੰਦ ਬਰਦਾਸ਼ਤ ਕਰੂਗਾ ਜਿਹਨੇ ਆਪਣਾ ਲਹੂ ਗਲਵਰੀ ਕਰੂਸ ਤੇ ਵਹਾਇਆ? ਉਹ ਬਰਦਾਸ਼ਤ ਨਹੀਂ ਕਰੂਗਾ। ਅੱਜ ਮਸੀਹ ਲੋਕਾਂ ਨੂੰ ਕੌਣ ਲੈ ਕੇ ਫਿਰ ਰਿਹਾ? ਦਾਵਾ ਕਰ ਰਹੇ ਆ ਮਸੀਹ ਲੋਕ ਯੀਸ਼ੂ ਮਸੀਹ ਦੇ ਨਾਲ ਸਾਡੀ ਇੰਗੇਜਮੈਂਟ ਹੋਈ ਆ, ਤੇ ਘੁੰਮ ਤੁਸੀਂ ਸ਼ੈਤਾਨ ਨਾਲ ਰਹੇ ਹੋ। ਸ਼ੈਤਾਨ ਤੁਹਾਡਾ ਕੰਨ ਫੜਦਾ, ਚੱਲ ਠੇਕੇ ਤੇ। ਸ਼ੈਤਾਨ ਤੁਹਾਡਾ ਕੰਨ ਫੜਦਾ, ਚੱਲ ਵਿਚਾਰੀ ਕਰ ਲਾ। ਸ਼ੈਤਾਨ ਕਹਿੰਦਾ ਫੈਸ਼ਨ ਕਰ ਲਾ। ਸ਼ੈਤਾਨ ਕਹਿੰਦਾ ਗਲਤ ਕੰਮ ਕਰ ਲਾ। ਸ਼ੈਤਾਨ ਕਹਿੰਦਾ ਬਾਲ ਕਟਾ ਲਾ। ਸ਼ੈਤਾਨ ਕਹਿੰਦਾ ਗਲਤ ਕੱਪੜੇ ਪਾ ਲਓ। ਇਹ ਕੀ ਆ? ਦਾਵਾ ਯੀਸ਼ੂ ਮਸੀਹ ਦੇ ਨਾਲ ਮੰਗਣੀ ਦਾ, ਇੰਗੇਜਮੈਂਟ ਦਾ, ਤੇ ਲੈ ਕੇ ਤੁਹਾਨੂੰ ਸ਼ੈਤਾਨ ਘੁੰਮ ਰਿਹਾ। ਚੀਜ਼ ਤੁਸੀਂ ਖਰੀਦੀ ਹੋਵੇ, ਮੰਨ ਲਓ ਕੋਈ ਮਨੁੱਖ ਆਪਣੇ ਵਾਸਤੇ ਕਾਰ ਖਰੀਦਦਾ, ਮੋਟਰਸਾਈਕਲ ਖਰੀਦਦਾ ਆ, ਤੁਸੀਂ ਦਾਵਾ ਕਰ ਰਹੇ ਵੀ ਮੋਟਰਸਾਈਕਲ ਮੇਰਾ ਆ, ਲੇਕਿਨ ਤੁਹਾਡਾ ਮੋਟਰਸਾਈਕਲ ਕੌਣ ਲੈ ਕੇ ਫਿਰ ਰਿਹਾ? ਕੋਈ ਅਮਲੀ, ਕੋਈ ਸ਼ਰਾਬੀ, ਕੋਈ ਕਬਾਬੀ, ਉਹ ਤੁਹਾਡਾ ਮੋਟਰਸਾਈਕਲ, ਤੁਹਾਡੀ ਗੱਡੀ ਲੈ ਕੇ ਤੁਹਾਡੇ ਘਰ ਦੀਆਂ ਚੀਜ਼ਾਂ ਨੂੰ ਯੂਜ਼ ਕਰ ਰਹੇ ਆ। ਇਹ ਕੀ ਆ? ਚੀਜ਼ ਤੁਸੀਂ ਖਰੀਦੀ ਆ। ਇਹ ਕੰਮ ਕੀ ਆ? ਸਾਰੇ ਹੀ ਵਚਨ ਤੋਂ ਬਾਹਰ ਆ। ਸਾਰੇ ਕੰਮ ਸ਼ਿਫਾ ਇਸ ਚਰਚ ਤੋਂ ਤੇ ਜਾਣਾ ਉਸ ਚਰਚ ਦੇ ਵਿੱਚ ਆ। ਇਹ ਕਿੱਥੇ ਲਿਖਿਆ ਆ? ਬਾਈਬਲ ਕਿਤੇ ਬਿਆਨ ਨਹੀਂ ਕਰਦੀ। ਉਹ ਕਹਿੰਦੀ ਜਿਹਦੀ ਭੇਡ ਆ ਉਹਦੇ ਕੋਲ ਹੀ ਰਵੇ। ਇੱਕ ਭੇਡ ਦੂਜੇ ਕੋਲ ਨਹੀਂ ਜਾ ਸਕਦੀ ਕਦੇ ਵੀ। ਅੱਜ ਲੋਕ ਕੀ ਕਰਦੇ? ਮੰਨ ਲਓ ਅਸੀਂ ਅੱਜ ਇਸ ਢਾਬੇ ਤੋਂ ਖਾਣਾ ਖਾਦਾ ਆ, ਮੰਨ ਲਓ ਇੱਕ ਢਾਬਾ, ਅਸੀਂ ਉੱਤੋਂ ਖਾਣਾ ਖਾ ਕੇ ਅਸੀਂ ਕਹਾਂਗੇ ਨਹੀਂ ਜੀ ਮੈਂ ਤਾਂ ਜਿਹੜਾ ਬੇਲ ਆ ਮੈਂ ਸਾਹਮਣੇ ਵਾਲੇ ਢਾਬੇ ਦੇਣਾ। ਕੀ ਏਦਾਂ ਹੋ ਸਕਦਾ ਹੈ? ਜਿਹੜਾ ਸੇਵਕ ਤੁਹਾਡੇ ਵਾਸਤੇ ਦਿਨ ਰਾਤ ਪ੍ਰਾਰਥਨਾ ਕਰਦਾ ਆ, ਬੋਝ ਚੱਕਦਾ ਆ, ਉਹਨੂੰ ਛੱਡ ਕੇ ਜੇ ਤੁਸੀਂ ਕਿਸੇ ਹੋਰ ਜਗ੍ਹਾ ਤੇ ਜਾਂਦੇ ਹੋ, ਇਹਦਾ ਮਤਲਬ ਕੀ ਆ? ਤੁਸੀਂ ਵਿਚਾਰੀ ਹੋ। ਫਿਰ ਕੀ ਕਰ ਰਹੇ? ਤੁਸੀਂ ਵਿਚਾਰੀ ਕਰ ਰਹੇ ਹੋ। ਇਸੇ ਤਰ੍ਹਾਂ ਯੀਸ਼ੂ ਮਸੀਹ ਕਹਿੰਦਾ ਆ ਵੀ ਕਹਿੰਦਾ ਮੈਂ ਆਪਣਾ ਲਹੂ ਵਹਾ ਕੇ ਆਪਣੀ ਦੁਲਹਨ ਨੂੰ ਮੁੱਲ ਲਿਆ ਤੇ ਸ਼ੈਤਾਨ ਦੇ ਨਾਲ ਤੂੰ ਘੁੰਮ ਰਹੀ ਆ। ਸ਼ੈਤਾਨ ਦੇ ਨਾਲ ਅੱਜ ਉਹਦੀ ਦੁਲਹਨ, ਉਹਦੇ ਲੋਕ ਸ਼ੈਤਾਨ ਨਾਲ ਘੁੰਮ ਰਹੇ ਆ ਖੁਦਾ ਦੇ ਬਚਨ ਨੂੰ ਛੱਡ ਕੇ। ਤੇ ਖੁਦਾ ਕੀ ਬਰਦਾਸ਼ਤ ਕਰੂਗਾ? ਮੈਂ ਇੱਕ ਕੁਐਸਚਨ ਕਰਦਾ, ਕੀ ਖੁਦਾ ਬਰਦਾਸ਼ਤ ਕਰੂਗਾ? ਜੇ ਇੱਕ ਬੰਦਾ ਆਪਣੀ ਔਰਤ ਦਾ ਬਰਦਾਸ਼ਤ ਨਹੀਂ ਕਰ ਸਕਦਾ, ਮੇਰੀ ਵਾਈਫ ਕਿਸੇ ਨਾਲ ਨਾ ਘੁੰਮੇ, ਤੇ ਕੀ ਪ੍ਰਭੂ ਯਿਸੂ ਮਸੀਹ ਬਰਦਾਸ਼ਤ ਕਰ ਸਕਦਾ ਹੈ ਵੀ ਮੇਰੇ ਪਵਿੱਤਰ ਲੋਕ ਇਹ ਸ਼ੈਤਾਨੀ ਲੋਕਾਂ ਦੇ ਨਾਲ ਘੁੰਮਣ, ਇਹ ਸ਼ੈਤਾਨੀ ਲੋਕਾਂ ਦਾ ਸੰਗਤੀਆ ਕਰਨ, ਇਹਨਾਂ ਨਾਲ ਸ਼ਰਾਬਾਂ ਪੀਣ, ਇਹਨਾਂ ਨਾਲ ਜਾ ਕੇ ਭੰਗੜੇ ਪਾਣ, ਡਾਂਸ ਕਰਨ? ਕੀ ਖੁਦਾਵੰਦ ਬਰਦਾਸ਼ਤ ਕਰੂਗਾ? ਨਹੀਂ। ਕਿਉਂਕਿ ਸਾਨੂੰ ਨਹੀਂ ਪਤਾ ਸਾਡੀ ਕੀਮਤ ਕੀ ਆ। ਸਾਨੂੰ ਵਚਨ ਦੀ ਕੀਮਤ ਦਾ ਨਹੀਂ ਪਤਾ। ਜਿਹੜਾ ਬੰਦਾ ਵਚਨ ਦੀ ਕੀਮਤ ਨੂੰ ਨਹੀਂ ਜਾਣਦਾ ਉਹ ਕੌਣ ਆ? ਉਹ ਤੋਂ ਨਿਕੰਮਾ ਬੰਦਾ ਕੋਈ ਵੀ ਨਹੀਂ ਆ। ਜਿਹਨੇ ਵਚਨ ਨੂੰ ਨਹੀਂ ਪਛਾਣਿਆ, ਸਮੇਂ ਦੀ ਸਾਂਭ ਨਹੀਂ ਕਰ ਸਕਿਆ। ਜੇ ਅੱਜ ਸਾਡੇ ਕੋਲ ਸਮਾਂ ਆ ਵੀ ਅਸੀਂ ਵਚਨ ਦੀ ਆਗਿਆਕਾਰੀ ਕਰੀਏ, ਅੱਜ ਸਾਹ ਆ, ਕੱਲ ਹੋ ਸਕਦਾ ਨਾ ਹੋਣ। ਇਸ ਕਰਕੇ ਸਾਨੂੰ ਚਾਹੀਦਾ ਆ ਵੀ ਇਸ ਵਚਨ ਨੂੰ ਸਾਂਭੀਏ, ਇਸ ਪਾਰੇ ਮੁੱਲ ਦੇ ਮੋਤੀ ਨੂੰ ਫੜ ਕੇ ਰੱਖੀਏ ਤਾਂ ਕਿ ਖੁਦਾਵੰਦ ਸਾਨੂੰ ਉਹ ਮੁਕਟ ਪਾਵੇ। ਲੇਕਿਨ ਅੱਜ ਅਸੀਂ ਕੀ ਕਰ ਰਹੇ ਹਾਂ? ਵਚਨ ਦੇ ਪਿੱਛੇ ਨਹੀਂ ਚੱਲ ਰਹੇ, ਅਸੀਂ ਸ਼ੈਤਾਨ ਦੇ ਕੰਮਾਂ ਪਿੱਛੇ ਚੱਲ ਰਹੇ ਹਾਂ। ਅਸੀਂ ਇਸ ਸਮੇਂ ਨੂੰ, ਇਸ ਮੌਕੇ ਨੂੰ ਗਵਾ ਰਹੇ ਹਾਂ। ਪ੍ਰਭੂ ਮਾਫ ਨਹੀਂ ਕਰੂਗਾ। ਇਸ ਕਰਕੇ ਮੈਂ ਚਾਹੁੰਦਾ ਆ ਆਪਣੀ ਕੀਮਤ ਨੂੰ ਪਛਾਣੋ, ਇਹ ਵਚਨ ਦੀ ਕੀਮਤ ਨੂੰ ਪਛਾਣੋ। ਖੁਦਾਵੰਦ ਤੁਹਾਡੇ ਘਰ ਵਿੱਚੋਂ ਸਾਰੀਆਂ ਬਿਮਾਰੀਆਂ, ਪਰੇਸ਼ਾਨੀਆਂ ਦੂਰ ਕਰੂਗਾ। ਮੈਂ ਵਿਸ਼ਵਾਸ ਕਰਦਾ ਜਿੰਨੇ ਲੋਕ ਮੈਨੂੰ ਵੇਖ ਰਹੇ ਨੇ, ਜੇ ਤੁਸੀਂ ਵਚਨ ਦੀ ਕੀਮਤ ਨੂੰ ਪਛਾਣੋਗੇ, ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋਗੇ, ਤੁਹਾਡੇ ਘਰ ਵਿੱਚੋਂ ਸਾਰੀਆਂ ਮੁਸੀਬਤਾਂ, ਸਾਰੀਆਂ ਬਿਮਾਰੀਆਂ, ਸਾਰੇ ਦੁੱਖ ਤੁਹਾਡੇ ਘਰ ਵਿੱਚੋਂ ਚਲੇ ਜਾਣਗੇ। ਕੋਈ ਵੀ ਸ਼ੈਤਾਨ ਦੀ ਸ਼ਕਤੀਆਂ ਤੁਹਾਨੂੰ ਤੰਗ ਨਹੀਂ ਕਰਨਗੀਆਂ। ਮੈਂ ਵਿਸ਼ਵਾਸ ਕਰਦਾ, ਸਾਰੀ ਬਿਮਾਰੀ ਨੂੰ ਡਾਂਟਦਾ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ। ਵਿਸ਼ਵਾਸ ਕਰੋ, ਇਸ ਭਾਰੇ ਮੁੱਲ ਦੇ ਮੋਤੀ ਨੂੰ ਫੜ ਕੇ ਰੱਖੋ। ਜੋ ਵਚਨ ਕਹਿੰਦਾ ਇਹਦੇ ਅਨੁਸਾਰ ਜੀਵਨ ਬਤੀਤ ਕਰੋ, ਸ਼ੈਤਾਨ ਦੇ ਪਿੱਛੇ ਨਾ ਚੱਲੋ। ਖੁਦਾ ਨੇ ਤੁਹਾਨੂੰ ਮੁੱਲ ਲਿਆ ਆ ਆਪਣਾ ਲਹੂ ਬਹਾ ਕੇ, ਲੇਕਿਨ ਤੁਸੀਂ ਖੁਦਾ ਦੇ ਲਹੂ ਨੂੰ ਵਿਅਰਥ ਨਾ ਕਰੋ। ਤੁਸੀਂ ਵਚਨ ਦੀ ਆਗਿਆਕਾਰੀ ਕਰੋ, ਵਚਨ ਤੇ ਬਾਹਰ ਨਾ ਜਾਓ। ਤੁਹਾਡੇ ਘਰ ਦੇ ਵਿੱਚ ਕੋਈ ਵੀ ਬਿਮਾਰੀਆਂ,
परेशानियां, दुख कुछ भी नहीं रहेगा। कोई बीमारी, कोई कैंसर, कोई टीवी, किसी भी तरह की बीमारी, कोई सिर दर्द, कोई टेंशन तुहाडे अंदर नहीं रहेगी। तुसी विश्वास करो, तुसी इस वचन की कीमत नूं पछाणो। मैं तुहानूं गारंटी दिना, जे तुसी इस वचन के पिछे चलोगे, इस वचन की कीमत नूं पछाणोगे, तो प्रभु यीशु मसीह तुहाडे अंदरों सारी मांदगी खत्म कर देवेगा। मैं सारी बीमारियां नूं यीशु मसीह के नाम विच झिड़कदा हां। प्रभु यीशु मसीह सारियां नूं बरकत देवे। आमीन।